ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸਾਹਿਬ। ਬਹੁਤ ਹੀ ਅਹਿਮ ਮੁੱਦਿਆਂ ਤੇ ਗੱਲਬਾਤ ਕਰਾਂਗੇ। ਫਰਾਰ ਗੈਂਗਸਟਰ ਦੀਪਕ ਟੀਨੂ ਦੇ ਬਾਰੇ ਕੁਝ ਗੱਲਬਾਤ ਕਰਾਂਗੇ ਕਿ ਕਿਵੇਂ ਉਹ ਜਿਹੜਾ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਿਆ, ਨਵੇਂ ਖੁਲਾਸੇ ਨਾਲ ਹੀ ਨਾਲ ਗੱਲਬਾਤ ਇੱਕ ਹੋਰ ਵੱਡੀ ਖਬਰ ਦੇ ਉੱਪਰ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਇੱਕ ਹੋਰ ਵੱਡਾ ਜਿਹੜਾ ਮਾਮਲਾ ਦਰਜ ਕਰ ਦਿੱਤਾ ਗਿਆ। ਮੁਸ਼ਕਲਾਤਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਪਹਿਲਾਂ ਹੀ ਜੇਲ੍ਹ ਦੇ ਵਿੱਚ ਨੇ, ਹੁਣ ਕਿਸ ਮਾਮਲੇ 'ਚ ਜਿਹੜਾ ਉਹ ਦਰਜ ਕੀਤਾ ਗਿਆ ਪਰਚਾ, ਉਸ ਤੇ ਗੱਲਬਾਤ ਕਰਾਂਗੇ, ਖੁਲਾਸੇ ਕਰਾਂਗੇ ਤੇ ਨਾਲ ਹੀ ਨਾਲ ਕੈਪਟਨ ਸੰਦੀਪ ਸੰਧੂ ਦੇ ਬਾਰੇ ਵੀ ਕੁਝ ਅਹਿਮ ਖੁਲਾਸੇ ਕਰਾਂਗੇ। ਮੇਰੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ। ਪਹਿਲਾਂ ਸਵਾਗਤ ਕਰਦਾ ਸੇਖੋਂ ਸਾਹਿਬ, ਸਵਾਗਤ ਹੈ ਪ੍ਰੋਗਰਾਮ 'ਚ। ਥੈਂਕ ਯੂ ਜੀ, ਮਿਹਰਬਾਨੀ ਸੁਖਵਿੰਦਰ ਜੀ। ਸੇਖੋਂ ਸਾਹਿਬ, ਇੱਕ ਇੱਕ ਕਰਕੇ ਆਪਾਂ ਤਿੰਨਾਂ ਖਬਰਾਂ ਤੇ ਚਰਚਾ ਕਰਦੇ ਹਾਂ। ਹਾਲਾਂਕਿ ਅਹਿਮ ਖਬਰ ਤਾਂ ਮੈਂ ਭਾਰਤ ਭੂਸ਼ਣ ਆਸ਼ੂ ਵਾਲੀ ਮੰਨਦਾ, ਸੰਦੀਪ ਸੰਧੂ ਵਾਲੀ ਵੀ ਅਹਿਮ ਆ, ਪਰ ਮੈਂ ਚਾਹੁੰਦਾ ਕਿ ਪਹਿਲਾਂ ਆਪਾਂ ਗੈਂਗਸਟਰ ਵਾਲੀ ਤੇ ਖਬਰ ਤੇ ਕਰ ਲਈਏ, ਕਿਉਂਕਿ ਇਹਨਾਂ ਦੀ ਮਸਲਾ ਜਿਹੜਾ ਬੜਾ ਉਹ ਭਖਿਆ ਹੋਇਆ। ਸਾਬਕਾ ਮਾਫ ਕਰਨਾ, ਜਿਹੜੇ ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਜਿਹੜਾ ਇਸ ਤਰੀਕੇ ਨਾਲ ਫਰਾਰ ਹੋ ਜਾਣਾ ਗੈਂਗਸਟਰ ਦਾ, ਔਰ ਜੋ ਉੱਥੇ ਹੋਇਆ ਕਿ ਉਹਦੀ ਗਰਲਫ੍ਰੈਂਡ ਨੂੰ ਮਿਲਵਾਉਣ ਦੇ ਵਾਸਤੇ ਸੀਆਈਏ ਇੰਚਾਰਜ ਲੈ ਕੇ ਗਿਆ। ਪੰਜਾਬ ਪੁਲਿਸ ਤੇ ਸਵਾਲ ਖੜੇ ਹੋਏ ਨੇ। ਪੰਜਾਬ ਪੁਲਿਸ ਜਿਹੜੀ ਕਿ ਬੜੀ ਅਹਿਮ ਪੂਰੇ ਦੇਸ਼ ਦੇ ਵਿੱਚੋਂ ਹੀ ਨਹੀਂ, ਪੂਰੀ ਦੁਨੀਆ ਦੇ ਵਿੱਚੋਂ ਮੰਨੀ ਪ੍ਰਮੰਨੀ ਪੁਲਿਸ ਹੈ, ਉਹਦਾ ਤੁਸੀਂ ਵੀ ਲੰਬਾ ਸਮਾਂ ਜਿਹੜਾ ਉਹ ਹਿੱਸਾ ਰਹੇ ਹੋ, ਤੇ ਇਸ ਤਰੀਕੇ ਦੇ ਨਾਲ ਕੁਝ ਇਹੋ ਜਿਹੇ ਅਫਸਰ ਜਿਹੜੇ ਪੰਜਾਬ ਪੁਲਿਸ ਦੀ ਬਦਨਾਮੀ ਕਰਵਾ ਰਹੇ ਆ, ਜਾਂ ਇਸ ਪੂਰੇ ਮਾਮਲੇ ਨੂੰ ਤੁਸੀਂ ਦੇਖਦੇ ਕਿਵੇਂ ਹੋ? ਦੇਖੋ ਸੁਖਵਿੰਦਰ, ਇਸ ਤਰ੍ਹਾਂ ਹੈ, ਇਸ ਮਾਮਲੇ ਨੂੰ ਗੈਂਗਸਟਰ ਦੀ ਫਰਾਰੀ ਤੋਂ ਪਹਿਲਾਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਂਦੇ ਆ। ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ, ਉਦੋਂ ਵੀ ਜਿਹੜਾ ਇਹ ਐਸਐਸਪੀ ਗੌਰਵ ਬਤੂਰਾ ਹੈ ਇੱਥੇ ਪੋਸਟਡ ਸੀਗਾ। ਸ਼ਰੇਆਮ ਪੁਲਿਸ ਦੀ ਨੈਗਲੀਜੈਂਸ ਦਿਖਾਈ ਦਿੱਤੀ ਸੀਗੀ। ਬਾਅਦ ਵਿੱਚ ਜਿਹੜਾ ਉਹਨੂੰ ਜਿਹੜਾ ਹੈਗਾ ਟਰੇਸ ਨਾ ਕਰਨ ਬਾਰੇ ਜਾਂ ਫੜਨ ਬਾਰੇ ਬੜੀ ਦੂਰ ਜਾ ਕੇ ਗੱਡੀਆਂ ਛੱਡੀਆਂ ਗਈਆਂ ਸੀ। ਜੋ ਵੀ ਹੈ ਲੈਕ ਆਫ ਜਿਹੜਾ ਪੁਲਿਸ ਦੇ ਵਰਕਿੰਗ ਦਾ ਉਹਦੇ ਵਿੱਚ ਦਿਖਾਈ ਦਿੱਤਾ ਸੀਗਾ। ਤਾਂ ਕੋਈ ਐਸਐਸਪੀ ਸਾਹਿਬ ਜਿਹੜਾ ਹੈਗਾ, ਨਹੀਂ ਤਾਂ ਮੋਸਟਲੀ ਨਿੱਕੀ ਮੋਟੀ ਗੱਲਾਂ ਬਾਤਾਂ ਹੁਣ ਤਾਂ ਬਦਲੀਆਂ ਕਰਕੇ ਉਹ ਕਰਦੇ ਆ, ਕਿਉਂਕਿ ਆਈਪੀਐਸ ਲਾਬੀ ਜਿਹੜੀ ਹੈਗੀ ਬੜੀ ਬੁਰੀ ਤਰ੍ਹਾਂ ਹਾਵੀ ਹੁੰਦੀ ਜਾ ਰਹੀ ਹੈ। ਜਦੋਂ ਤਾਂ ਇਹਨਾਂ ਨੇ ਨਵੇਂ ਰੂਲਾਂ ਦੇ ਨਾਲ ਉਹ ਏਐਸਆਈ ਦੀ ਕਰਕੇ ਭਰਤੀ ਬੰਦ ਤੇ ਸਬ ਇੰਸਪੈਕਟਰ ਡਾਇਰੈਕਟ ਕਰ ਦਿੱਤਾ, ਤੇ ਉਸ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਜਿਹੜਾ ਥੱਲੇ ਵੱਲੋਂ ਗਿਆ ਹੋਇਆ, ਜਿਹੜੇ ਲੋਕ ਪੀਪੀਐਸ ਚਲੇ ਜਾਂਦੇ ਸਾਡੇ ਵਰਗੇ, ਇਹਨਾਂ ਨੂੰ ਵੀ ਡੀਐਸਪੀ ਰੈਂਕ ਤੱਕ ਲੈ ਕੇ ਜਾਣਾ ਲਾਸਟ ਤੱਕ ਇਹਨਾਂ ਨੇ। ਅਦਰਵਾਈਜ਼ ਪੀਪੀਐਸ ਦਾ ਰਾਜ ਆ ਗਿਆ, ਇਹ ਨਹੀਂ ਕਿ ਆਏਗਾ, ਆ ਗਿਆ। ਤਾਂ ਜਦੋਂ ਆਈਪੀਐਸ ਜਿਹੜੇ ਹੈਗੇ ਆ ਬਾਹਰਲੀਆਂ ਸਟੇਟਾਂ ਤੋਂ ਆਉਂਦੇ, ਪਹਿਲੀ ਗੱਲ ਤਾਂ ਉਹਨਾਂ ਦੀ ਦਿੱਕਤ ਹੈ ਕਿ ਉਹ ਉਸ ਤਰੀਕੇ ਨਾਲ ਉਹਨਾਂ ਦੀ ਪਕੜ ਹੀ ਨਹੀਂ ਬਣ ਸਕਦੀ। ਮੈਂ ਜ਼ਿਕਰ ਕਰਨਾ ਚਾਹੂੰਗਾ ਕਿ ਪ੍ਰੈਸ ਕਾਨਫਰੰਸ ਕਰ ਰਹੇ ਸੀ ਜਦੋਂ ਇਹ ਫਰਾਰ ਹੋਇਆ ਜਿਹੜਾ ਗੈਂਗਸਟਰ ਹੈ, ਉਹਦੇ ਖਿਲਾਫ ਇਹ ਗੌਰਵ ਬਤੂਰਾ ਜਿਹੜੇ ਉਹਦੇ ਜੋ ਡਿਟੇਲ ਹਾਂ, ਤਾਂ ਮਤਲਬ ਇੰਨੀ ਪੂਰ ਜਿਹੜੀ ਪ੍ਰੈਜੈਂਟੇਸ਼ਨ ਹੈ, ਨਾ ਤਾਂ ਪੰਜਾਬੀ ਤੇ ਕੋਈ ਪਕੜ ਹੈ, ਚਲੋ ਉਹ ਕਹਿ ਸਕਦੇ ਕਿ ਬਾਹਰਲੀ ਸਟੇਟਾਂ ਦੇ ਹੈਗੇ ਆ। ਅਦਰਵਾਈਜ਼ ਆਪਾਂ ਇੱਕ ਪ੍ਰੋਫੈਸ਼ਨਲ ਤੌਰ ਤੇ ਕੀ ਗੱਲ ਜਿਹੜੀ ਹੈਗੀ ਹੈ ਪ੍ਰੈਸ ਨੂੰ, ਪਬਲਿਕ ਨੂੰ ਕਨਵੇ ਕਰਨੀ ਹੈ, ਤਾਂ ਉਹਦੇ 'ਚ ਮਤਲਬ ਇੰਨਾ ਬਚਕਾਨਾ ਤੇ ਇੰਨਾ ਮਤਲਬ ਅਨਾੜੀਪਨ ਦਿਖਾਈ ਜਾਣਾ ਐਸਐਸਪੀ ਰੈਂਕ ਦੇ ਅਫਸਰ ਵਾਸਤੇ ਤਾਂ ਬੜੀ ਚਿੰਤਾ ਦੇ ਵਿਸ਼ੇ ਹੈ, ਕਿਉਂਕਿ ਆਈਪੀਐਸ ਹੋਣਾ ਹੀ ਇੱਕ ਕੁਆਲਿਟੀ ਰਹਿ ਗਈ ਹੈ। ਤੇ ਇਸ ਚੀਜ਼ ਨੂੰ ਤੁਸੀਂ ਜਿਹੜੀ ਤੁਸੀਂ ਚੀਜ਼ ਦੱਸ ਰਹੇ ਹੋ, ਇਸ ਖਾਮੀ ਨੂੰ ਤੁਸੀਂ ਸਿਰਫ ਇੱਕ ਖਾਮੀ ਮੰਨਦੇ ਹੋ ਜਾਂ ਐਕਸਪੀਰੀਅੰਸ ਦੀ ਘਾਟ ਮੰਨਦੇ ਹੋ, ਜਾਂ ਕੋਈ ਉਸ ਪੂਰੇ ਮਾਮਲੇ ਦੇ ਵਿੱਚ ਅਜਿਹੀ ਚੀਜ਼ ਹੋ ਗਈ? ਮੈਂ ਲੈ ਕੇ ਆਉਣਾ ਇਸੇ ਗੱਲ ਕਰਨਾ ਵੀ ਇਸ ਤਰ੍ਹਾਂ ਦੇ ਜਦੋਂ ਆਪਾਂ ਇਸ ਤਰ੍ਹਾਂ ਦੇ ਨਾਕਾਬਲੀਅਤ ਜਿਹੜੀ ਹੈਗੀ ਤੁਹਾਡੀ ਐਟੀਟਿਊਡ ਤੋਂ ਦਿਖਾਈ ਦਿੰਦੀ ਹੈ, ਪਰਸਨੈਲਿਟੀ ਤੋਂ ਦਿਖਾਈ ਦਿੰਦੀ ਹੈ, ਉਹ ਤੁਹਾਡੇ ਪ੍ਰੋਫੈਸ਼ਨ ਕੰਮ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਵਿੱਚ ਵੀ ਦਿਖਾਈ ਦਿੰਦੀ ਹੈ। ਹੁਣ ਉਹ ਬੰਦਾ ਜਿਹੜੇ ਬਾਰੇ ਸਾਰੇ ਕਹਿ ਰਹੇ ਕਿ ਇੱਕ ਸਿਪਾਹੀ ਰੈਂਕ ਦਾ ਜਾਂ ਹੌਲਦਾਰ ਰੈਂਕ ਦਾ ਜਿਹੜਾ ਅਫਸਰ ਹੈ, ਉਹਨੂੰ ਉਹਨਾਂ ਨੇ ਸੀਆਈਏ ਇੰਚਾਰਜ ਲਾਇਆ ਹੋਇਆ ਸੀਗਾ, ਤੇ ਉਹ ਇਹਨਾਂ ਦੇ ਫਿਰ ਰਿਜ਼ਲਟ ਅੱਗੇ ਵੀ ਵੇਖੋ। ਇੰਦਰਜੀਤ ਵਰਗੇ ਜਿਹੜੇ ਹੈਗੇ ਸੀ ਪੁਰਾਣੇ ਸਮੇਂ 'ਚ ਨਿਗਾਹ ਮਾਰ ਲਈਏ ਤਾਂ ਉਹ ਵੀ ਜਿਹੜੇ ਪੁਰਾਣੇ ਅਫਸਰ ਉਹਨਾਂ ਨੂੰ ਨਾਲ ਢੋਈ ਫਿਰਦੇ ਹੁੰਦੇ ਸੀਗੇ, ਤੇ ਉਹਨਾਂ ਦੇ ਰਿਜ਼ਲਟ ਕੀ ਨਿਕਲੇ ਆ? ਉਹ ਚੀਜ਼ ਤੋਂ ਕੋਈ ਸਬਕ ਤਾਂ ਲਿਆ ਨਹੀਂ ਗਿਆ, ਤੇ ਚੀਜ਼ਾਂ ਵੀ ਜਿਹੜੀਆਂ ਉਹ ਹੋ ਰਹੀਆਂ। ਤਾਂ ਮੈਂ ਗੱਲ ਕਰ ਰਿਹਾ ਸੀ ਵੀ ਪਹਿਲੀ ਤਾਂ ਇਹ ਲੈ ਕੇ ਕਿ ਉਹ ਜਿਹੜਾ ਮਰਡਰ ਹੋਇਆ ਉਦੋਂ ਵੱਡੀ, ਫਿਰ ਉਸ ਤੋਂ ਵੱਡੀ ਲੈ ਕੇ ਕੀ ਹੋ ਸਕਦੀ ਕਿ ਉਸ ਮਰਡਰ ਦੀ ਤਫਤੀਸ਼ ਦੇ ਵਿੱਚ ਤੇ ਇੱਕ ਜਿਹੜਾ ਇਸ ਤਰ੍ਹਾਂ ਦਾ ਕੋਈ ਹਾਰਡ ਕੋਰ ਜਿਹੜਾ ਬੰਦਾ ਡਾਇਰੈਕਟਲੀ ਜਿਹੜਾ ਇਨਵੋਲਵਮੈਂਟ ਵਾਲਾ ਫੜਿਆ ਜਾਵੇ ਤੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚਲਾ ਜਾਵੇ, ਤੇ ਫਿਰ ਵੀ ਤੁਸੀਂ ਸੀਆਈਏ ਦੇ ਤੇ ਜਿਹੜਾ ਪਰਚਾ ਦਰਜ ਕਰਕੇ ਤੇ ਉਹਦੇ ਕੋਲੋਂ ਜਿਹੜੇ ਉਹ ਟੁੱਟੇ ਭੱਜੇ ਪਿਸਤੌਲ ਜਿਹੜੀਆਂ ਫੋਟੋਆਂ ਵੇਖ ਕੇ ਜਿਹੜੇ ਬੰਦੇ ਸਾਡੇ ਵਰਗੇ ਉਹ ਤਾਂ ਜਾਣ ਹੀ ਲੈਂਦੇ ਨੇ ਵੀ ਇਹ ਕਿਵੇਂ ਹੋਏ ਆ। ਤਾਂ ਮੈਂ ਪਹਿਲਾਂ 2-3 ਦਿਨ ਦਾ ਮੇਰਾ ਵਿਊ ਹੋਰ ਸੀਗਾ। ਅੱਜ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕਰਨ ਲੱਗਿਆ ਕਿ ਜਿਸ ਤਰ੍ਹਾਂ ਦਾ ਹਾਲਾਤ ਹੁਣ ਦਿਖਾਈ ਦੇ ਰਹੇ ਆ, ਜਿਸ ਤਰ੍ਹਾਂ ਦੀ ਵੈਪਨ ਰਿਕਵਰੀ ਦਿਖਾਈ ਦੇ ਰਹੀ ਹੈ, ਜਿਸ ਤਰ੍ਹਾਂ ਦਾ ਉਹ ਸਬ ਇੰਸਪੈਕਟਰ ਜਿਹੜਾ ਹੈ ਫੜਿਆ ਹੋਇਆ, ਉਹਦਾ ਫੇਸ ਤੋਂ ਐਟੀਟਿਊਡ ਦੇਖ ਰਹੇ ਆ, ਉਹਨੂੰ ਪੇਸ਼ ਕੀਤਾ ਜਾ ਰਿਹਾ ਬੜੇ ਸੌਖੇ ਤਰੀਕੇ ਨਾਲ ਦੇਖਿਆ ਜਾ ਰਿਹਾ। ਉੱਥੋਂ ਇਹ ਲੱਗਦਾ ਕਿ ਇਹ ਜਿਹੜੀ ਘਟਨਾ ਕੋਈ ਹੈਗੀ ਹੈ, ਇਹ ਹੋਰ ਵਾਪਰੀ ਹੋਈ ਹੈ, ਜਿਹਨੂੰ ਆਉਣ ਵਾਲੇ ਸਮੇਂ ਵਿੱਚ ਦਬਾਉਣ ਵਾਸਤੇ ਇੱਕ ਹੋਰ ਰੰਗ ਦਿੱਤਾ ਜਾ ਰਿਹਾ। ਤਾਂ ਜੋ ਮੈਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈਗੀ ਇੰਟੈਰੋਗੇਸ਼ਨ ਦੇ ਵਿੱਚ ਕੋਈ ਮਿਸ ਹੈਪਨਿੰਗ ਹੋਈ ਲੱਗਦੀ ਹੈ, ਜਿਹਦੇ ਵਿੱਚ ਮਤਲਬ ਹੋ ਸਕਦਾ ਕੋਈ ਵੀ ਘਟਨਾ ਜਿਹੜੀ ਹੈਗੀ ਉਸ ਗੈਂਗਸਟਰ ਨਾਲ ਵਾਪਰ ਗਈ ਹੋਵੇ, ਜਾਂ ਉਹ ਜਿਹੜੀ ਲੜਕੀ ਲੈ ਕੇ ਆਉਂਦੀ ਸੀ ਉਹਦੇ ਬਾਰੇ ਕੋਈ ਜਿਹੜੇ ਹੈਗੇ ਤੱਥ ਤਾਂ ਨਹੀਂ ਮੈਂ ਇਹ 'ਚ ਦੱਸ ਸਕਦਾ। ਹੁਣ ਮੈਂ ਆਪਣਾ ਪੁਲਿਸ ਦਾ ਐਕਸਪੀਰੀਅੰਸ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਉਹ ਚੀਜ਼ਾਂ ਹੁੰਦੀਆਂ ਰਹੀਆਂ ਅੱਤਵਾਦ ਦੇ ਸਮੇਂ 'ਚ, ਅਸੀਂ ਦੇਖਦੇ ਰਹੇ ਹਾਂ। ਕੁਝ ਚੀਜ਼ਾਂ ਆਈ ਵਾਸ਼ ਕਰਨ ਵਾਸਤੇ ਪੁਲਿਸ ਦੇ ਖਾਤੇ 'ਚ ਪਾਤੀਆਂ ਜਾਂਦੀਆਂ ਸੀਗੀਆਂ, ਤਾਂ ਕਿ ਮੁੜ ਕੇ ਉਸ ਤੋਂ ਬਾਅਦ ਅੱਜ ਹੁਣ ਕੋਈ ਇਹ ਨਹੀਂ ਕਹਿ ਰਿਹਾ ਵੀ ਉਹ ਜਿਹੜੇ ਫਰਾਰ ਹੋਏ ਕਿੱਧਰ ਗਏ ਹੋ।
ਉਂਝ ਤਾਂ ਆਪਾਂ ਬੜੇ ਲਾ ਕੇ ਟਰੈਪ ਕਿੱਥੋਂ ਲਿਆ ਕੇ ਬੰਦੇ ਫੜ ਲੈਂਦੇ ਆ। ਉਹ ਇੱਕ ਬਾਜਵਾ ਇੰਸਪੈਕਟਰ ਸੀ, ਉਹ ਕਿੱਥੋਂ ਮੇਰੇ ਖਿਆਲ ਨਾਲ ਗੁਜਰਾਤ ਤੋਂ ਆਉਂਦਾ ਫੜ ਕੇ ਲਿਆਂਦਾ। ਤੇ ਇਹ ਕੀ ਗੱਲ ਜਿਹੜੇ ਗਏ ਆ ਕਿਹੜਾ ਮੋਬਾਈਲ ਫੋਨਾਂ ਤੋਂ ਬਿਨਾਂ ਗਏ ਆ। ਤਾਂ ਮੈਨੂੰ ਖਦਸ਼ਾ ਹੈ ਇਸ ਚੀਜ਼ ਦਾ ਕਿ ਸੱਚ ਭਾਵੇਂ ਨਾ ਹੀ ਹੋਵੇ, ਮੈਂ ਵੀ ਕਹਿੰਦਾ, ਪਰ ਇਹ ਲੱਗਦਾ ਹੈ ਕਿ ਜਿਹੜੇ ਕੋਈ ਘਟਨਾ ਜਿਹੜੀ ਐਸੇ ਹੀ ਵਾਪਰ ਗਈ ਹੈ ਜਿਹਨੂੰ ਮਤਲਬ ਲੁਕਾਉਣ ਵਾਸਤੇ ਹੁਣ ਆਹ ਜਿਹੜਾ ਸਾਰਾ ਡਰਾਮਾ ਕੀਤਾ ਜਾ ਰਿਹਾ। ਇਹ ਗੱਲ ਹੋਰ ਹੈ 311 ਲਾਈ ਜਾ ਰਹੀ ਹੈ ਜਾਂ ਉਹ ਜਿਹੜਾ ਸਾਰਾ ਪ੍ਰੈਸ਼ਰ ਪੁਲਿਸ ਤੇ ਵਿਖਾਈ ਦਿੱਤਾ ਜਾ ਰਿਹਾ ਤਾਂ ਕਿ ਉਸ ਪਾਸੇ ਧਿਆਨ ਹੀ ਚਲਾ ਜਾਵੇ। ਦੇਖੋ ਉਹ ਤਾਂ ਚਲੋ ਗੈਂਗਸਟਰ ਭੱਜਿਆ ਹੀ ਹੋਇਆ, ਨਾਲ ਉਹਦੇ ਲੜਕੀ ਵੀ ਲੇਡੀ ਕਾਂਸਟੇਬਲ ਗਈ ਹੋਈ ਹੈ। ਤੇ ਕੀ ਅੱਜ ਦੀ ਪੁਲਿਸ ਪਤਾ ਇਹ ਵੀ ਲੱਗਿਆ ਕਿ ਦੋ ਹੈੱਡ ਕਾਂਸਟੇਬਲ ਤੇ ਇੱਕ ਕਾਂਸਟੇਬਲ ਹੋਰ ਹੈ। ਪੁਲਿਸ ਦੀ ਏਡੀ ਵੱਡੀ ਨਲਾਇਕੀ ਹੈ ਕਿ ਮਤਲਬ ਅਸੀਂ ਅੱਜ ਵੀ ਨਹੀਂ ਫੜ ਸਕਾਂਗੇ ਤੁਹਾਡੇ ਕੋਲ। ਜੇ ਮਤਲਬ ਰਾਤ ਨੂੰ ਗਏ ਹੋਏ ਆ ਤਾਂ ਸਵੇਰੇ ਮਤਲਬ ਜੇ ਪਤਾ ਲੱਗ ਗਿਆ ਜਾਂ 4 ਘੰਟੇ ਬਾਅਦ ਪਤਾ ਲੱਗ ਗਿਆ ਤੇ ਇਸ ਤੋਂ ਬਾਅਦ ਸਾਡੀ ਇੰਨੀ ਹਾਲਤ ਮਾੜੀ ਹੈ ਕਿ ਅਸੀਂ ਹੁਣ ਵੀ ਜਿਹੜਾ ਹੈਗਾ ਤਾਂ ਉਹ ਮੈਨੂੰ ਇੱਥੇ ਖਦਸ਼ਾ ਕਿ ਉਹ ਕੋਈ ਦੇਖੋ ਇੱਕ ਗੱਲ ਹੋਰ ਮੈਂ ਪੂਰੀ ਗੱਲ ਕਰ ਲਵਾਂ ਕਿ ਮੈਨੂੰ ਇਹ ਲੱਗਦਾ ਕਿ ਘਟਨਾ ਜਿਹੜੀ ਹੈਗੀ ਆ ਡਿਫਰੈਂਟ ਵਾਪਰੀ ਹੋਈ ਹੈ। ਹੋ ਸਕਦਾ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਵੇ ਕਿ ਇੰਟਰੋਗੇਸ਼ਨ ਦੌਰਾਨ ਜਿਹੜੀ ਕੋਈ ਇਹੋ ਜਿਹੀ ਕੈਜੁਅਲਟੀ ਹੋ ਗਈ ਹੋਵੇ, ਉਹਨਾਂ ਦਾ ਕੋਈ ਹੋਰ ਹੀ ਖੁਰਾ ਖੋਜ ਮਟਾਉਣ ਦਾ ਜਿਹੜਾ ਹਾਲਾਤ ਬਣ ਗਏ ਹੁਣ ਇਹੋ ਜਿਹੇ ਤੇ ਉਹਨੂੰ ਡਰਾਮਾ ਕੰਪਰੋਮਾਈਜ਼ ਕਰਨਾ ਪੈ ਗਿਆ। ਹਾਂ, ਉਸ ਕਰਕੇ ਇਹ ਚੀਜ਼ਾਂ ਵਿਖਾਈਆਂ ਜਾ ਸਕਦੀਆਂ। ਇਹ ਮੇਰਾ ਇੱਕ ਪੁਲਿਸ ਦੇ ਪੁਰਾਣੇ ਪ੍ਰੋਫੈਸ਼ਨਲਿਜ਼ਮ ਦਾ ਇੱਕ ਤਜਰਬਾ ਹੈ ਕਿ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਘਟ ਜਾਂਦੀਆਂ, ਕੁਝ ਲੋਕ ਜਿਹੜੇ ਕਿ ਸਟੱਡੀ ਵਿੱਚੋਂ ਦਿੱਕਤ ਆਉਂਦੀ ਹੈ ਤਾਂ ਫਿਰ ਉਹਨਾਂ ਨੂੰ ਛੁਪਾਉਣ ਵਾਸਤੇ ਇਵੇਂ ਕੀਤਾ ਜਾਂਦਾ। ਇਹ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਸ਼ੇਅਰ ਕਰ ਰਿਹਾ। ਇੱਕ ਗੱਲ ਹੋਰ ਸਿੱਖੋ ਸਾਹਿਬ, ਇੱਕ ਇਹ ਵੀ ਕਿਹਾ ਜਾਂਦਾ ਹੈ ਕਿ ਕਿਸੇ ASI ਰੈਂਕ ਦੇ ਨੂੰ ਜਾਂ ਫਿਰ ਇਹ ਤਾਂ ਹੋਰ ਵੀ ਹੌਲਦਾਰ ਰੈਂਕ ਦਾ ਵੀ ਦੱਸਿਆ ਜਾ ਰਿਹਾ ਕਿ ORP ਦੇ ਕੇ ਇਹਨੂੰ ਸਬ ਇੰਸਪੈਕਟਰ ਬਣਾਇਆ ਗਿਆ। ਨਾਲੇ ਇਹ ਵੀ ਕਿਹਾ ਜਾ ਰਿਹਾ ਕਿ ਲਾਇਆ ਹੀ ਨਹੀਂ ਜਾ ਸਕਦਾ ਕਿਸੇ ਨੂੰ SHO। ਇਹ ਤਾਂ SHO ਤੋਂ ਵੀ ਇੱਕ ਤਰੀਕੇ ਨਾਲ ਬੇਸ਼ੱਕ ਉਹੀ ਰੈਂਕ ਦਾ ਬੰਦਾ CIA ਇੰਚਾਰਜ ਲੱਗਦਾ, ਪਰ CIA ਦੀ ਪੋਸਟ ਜਿਹੜੀ ਹੈ ਬੜੀ ਅਹਿਮ ਹੁੰਦੀ ਹੈ। ਤੇ ਜੇ ਲਾਇਆ ਹੀ ਨਹੀਂ ਜਾ ਸਕਦਾ ਤਾਂ ਫਿਰ IPS ਅਧਿਕਾਰੀ ਨੇ ਉਹਨੂੰ CIA ਇੰਚਾਰਜ ਲਾਇਆ ਕਿਉਂ? ਇਹ ਗੱਲਾਂ ਕਹਿਣ ਦੀਆਂ ਤੇ ਕਰਨੀ ਦੇ ਵਿੱਚ ਬੜਾ ਫਰਕ ਹੁੰਦਾ। ਇੱਥੇ ਤਾਂ ਬੜੀ ਵਾਰ ਆਰਡਰ ਆਈ ਸੀ PAP ਦੇ ਵਿੱਚੋਂ ਬਾਹਰ ਆ ਕੇ ਕੋਈ ਫੀਲਡ 'ਚ ਕੰਮ ਨਹੀਂ ਕਰ ਸਕਦਾ, ਟੈਨਿਓਰ ਫਿਕਸ ਹੋ ਗਈ ਸੀ, 3 ਸਾਲ ਤੋਂ ਪਹਿਲਾਂ ਕੋਈ ਬਦਲ ਨਹੀਂ ਸਕਦਾ, 2 ਸਾਲ ਤੋਂ ਪਹਿਲਾਂ ਕੋਈ ਬਦਲੀ ਨਹੀਂ ਹੋ ਸਕਦੀ। ਕਿੱਥੇ ਆ ਉਹ? ਇੱਥੇ 2 ਮਹੀਨੇ 3 ਮਹੀਨਿਆਂ ਤੋਂ ਬਾਅਦ ਇਹ ਸਾਰੀਆਂ ਗੱਲਾਂ ਜਿਹੜੀਆਂ ਪ੍ਰੈਸ ਵਿੱਚ ਆਪਣਾ ਅਕਸ ਸੁਧਾਰਨ ਵਾਸਤੇ ਜਾਂ ਇੱਕ ਨਵਾਂ ਇੱਕ ਵਿਖਾਉਣ ਵਾਸਤੇ ਵੀ ਅਸੀਂ ਹੁਣ ਮਤਲਬ ਡਿਫਰੈਂਟਲੀ ਪੁਲਿਸਿੰਗ ਕਰਨੀ ਸ਼ੁਰੂ ਕਰਦੀ ਹੈ। ਜਦੋਂ ਅਫਸਰ ਬਦਲਦੇ ਆ, ਜਿਵੇਂ DGP ਆਇਆ ਸੀ ਬਦਲ ਕੇ ਤਾਂ ਰਾਤ ਨੂੰ ਤੁਰੇ ਫਿਰਦੇ ਸੀ ਉਹ ਬਾਰਡਰਾਂ ਦੇ ਉੱਤੇ ਚੈਕਿੰਗਾਂ ਕਰਦੇ। ਕਿ ਇਹਨਾਂ ਚੀਜ਼ਾਂ ਨਾਲ ਕ੍ਰਾਈਮ ਖਤਮ ਹੁੰਦਾ? ਕ੍ਰਾਈਮ ਦੀ ਤਾਂ ਤੁਹਾਨੂੰ ਰੂਟਸ ਜਾਣਾ ਪਊਗਾ, ਉੱਥੇ ਜਾ ਕੇ ਕੰਮ ਕਰਨਾ ਪਊਗਾ। ਕੁਝ ਵੀ ਨਹੀਂ ਹੈਗਾ। ਜੇ ਕਰਨਾ ਹੋਵੇ, ਜੇ ਵਿਲ ਹੋਵੇ, ਪੋਲੀਟੀਕਲ ਵਿਲ ਹੋਣੀ ਬਹੁਤ ਜ਼ਰੂਰੀ ਹੈ। ਫਿਰ ਅਗਲਾ ਜਿਹੜਾ ਹੈਗਾ ਮਸ਼ੀਨਰੀ ਹੈ ਫਿਰ ਕੰਮ ਕਰ ਸਕਦੀ ਹੈ। ਤਾਂ ਪੋਲੀਟੀਕਲ ਵਿਲ ਨਾ ਹੋਣ ਕਰਕੇ, ਕਿਉਂਕਿ ਇਸ ਧੰਦੇ ਨਾਲ ਜੁੜੇ ਲੋਕ ਜਿਹੜੇ ਹੈਗੇ ਆ ਉਹ ਸਭ ਤੋਂ ਵੱਧ ਜਿਹੜੇ ਹੈਗੇ ਆ ਬੈਨੀਫਿਸ਼ਰੀ ਹੈਗੇ ਆ। ਨੰਬਰ 1 ਪੋਲੀਟੀਸ਼ੀਅਨ ਦਿਖਾਈ ਦਿੰਦਾ, ਫਿਰ ਬਾਕੀ ਸਾਰੀ ਚੇਨ ਦੀ ਚੇਨ, ਉਹਦੇ ਸਾਰੇ ਬਿਊਰੋਕਰੇਟ ਵੀ ਆਉਂਦੇ ਆ, ਬਾਕੀ ਵੀ ਅਫਸਰਸ਼ਾਹੀ ਜਾਂ ਥੱਲੇ ਦੀ ਪੁਲਿਸ ਸਾਰੀ ਚੀਜ਼ ਰਲੀ ਆਉਂਦੀ ਹੈ। ਤਾਂ ਡਰੱਗ ਦਾ ਧੰਦਾ ਜਿਹੜਾ ਹੈਗਾ ਬੜਾ ਵੱਡਾ ਗੋਰਖ ਧੰਦਾ ਹੈ। ਇਹਦੇ ਵਿੱਚ ਹੀ ਮਤਲਬ ਜਿਹੜਾ ਮੂਸੇਵਾਲੇ ਦਾ ਮਰਡਰ ਸੀਗਾ, ਇਹਦੇ ਵਿੱਚ ਮੈਂ ਸਟਾਰਟਿੰਗ ਤੋਂ ਕਹਿੰਦਾ ਆ ਰਿਹਾ ਵੀ ਇਹਦੀ ਜਿਹੜੀ ਰਾਮ ਕਹਾਣੀ ਸਿਰਫ ਇੰਨੀ ਕੋਈ ਸਿੰਗਰਾਂ ਦੀ ਦੁਸ਼ਮਣੀ ਨਹੀਂ ਹੋਊਗੀ। ਇਹਦੇ ਪਿੱਛੇ ਕੋਈ ਹੋਰ ਵੀ ਬਹੁਤ ਵੱਡੀ ਡਰੱਗ ਨਾਲ ਜੁੜੀ ਹੋਈ ਤਾਰ ਹੈ ਜਿਹੜੀ ਕਿਸੇ ਨਾ ਕਿਸੇ ਸਮੇਂ ਤਾਂ ਬਾਹਰ ਆਊਗੀ। ਅੱਜ ਜੋ ਕੁਝ ਪੁਲਿਸ ਨੇ ਉਸ ਮਾਮਲੇ 'ਚ ਦਿਖਾਇਆ ਉਹਦੇ 'ਚ ਕੁਝ ਲੋਕਾਂ ਦੀ ਤੇ ਨਾਲ ਮੇਰੀ ਵੀ ਕੋਈ ਸੈਟਿਸਫੈਕਸ਼ਨ ਨਹੀਂ ਹੈ ਕਿ ਇਸ ਤਰ੍ਹਾਂ ਹੀ ਵਾਪਰਿਆ ਹੈਗਾ। ਫਿਰ ਇਹਦਾ ਹੁੰਦਾ ਜਿਹੜਾ ਹੁਣ ਉਹਦਾ ਵਿੱਚੋਂ ਭੱਜ ਜਾਣਾ, ਇਹ ਹੋਰ ਬੜੇ ਸਵਾਲ ਖੜੇ ਕਰ ਰਿਹਾ। ਜਾਂ ਤਾਂ ਉਹਨੂੰ ਕਿਸੇ ਸਾਜ਼ਿਸ਼ ਤਹਿਤ ਜਿਹੜਾ ਪਾਸੇ ਕਰਨਾ ਪਿਆ, ਜਾਂ ਕੋਈ ਇਹੋ ਜਿਹੀ ਘਟਨਾ ਵਾਪਰ ਗਈ ਕਿ ਉਹ ਮਤਲਬ ਕੋਈ ਡਿਸਪੈਰੈਂਸੀ ਹੋ ਗਈ, ਕੁਝ ਵੀ ਹੋ ਸਕਦਾ। ਤਾਂ ਮੈਨੂੰ ਇਹ ਖਦਸ਼ਾ ਲੱਗਦਾ ਕਿ ਉਸ ਚੀਜ਼ ਨੂੰ ਜੇ ਆਉਣ ਵਾਲੇ ਦਿਨਾਂ 'ਚ 10-20 ਦਿਨਾਂ 'ਚ ਉਹ ਬੰਦੇ ਰੈਸਟ ਨਹੀਂ ਹੁੰਦੇ ਤਾਂ ਫਿਰ ਮੇਰਾ ਖਿਆਲ ਹੈ ਸ਼ਾਇਦ ਕਦੇ ਰੈਸਟ ਨਾ ਹੀ ਹੋਣ। ਜੀ ਬਿਲਕੁਲ। ਤਾਂ ਜਿਹੜੇ ਆਪਣੇ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ ਉਹਨਾਂ ਦੇ ਉੱਪਰ ਜਿਹੜਾ ਇੱਕ ਕਹਿੰਦੇ ਹੋਰ ਮਾਮਲਾ ਦਰਜ ਹੋ ਗਿਆ ਹੈ। ਇਹ ਕਿਹੜੇ ਮਾਮਲੇ ਦੇ ਵਿੱਚ ਹੁਣ ਇਹ ਦਬੋਚਿਆ ਗਿਆ ਦੁਬਾਰਾ ਕਿ ਇਹਨਾਂ ਨੂੰ ਦੁਬਾਰਾ ਲੈ ਕੇ ਆਂਦਾ ਜਾਊਗਾ ਪ੍ਰੋਡਕਸ਼ਨ ਫਰੰਟ ਤੇ? ਪਹਿਲਾਂ ਹੀ ਉਹ ਜੇਲ੍ਹ ਦੇ ਵਿੱਚ ਹੋ ਗਿਆ, ਹੁਣ ਨਵਾਂ ਕਿਹੜਾ ਮਾਮਲਾ ਦਰਜ ਉਹਨਾਂ ਤੇ ਹੋ ਗਿਆ? ਦੇਖੋ ਸੁਖਵਿੰਦਰ, ਮਾਮਲੇ ਤੇ ਇਹਦੇ ਤੇ ਭਾਵੇਂ ਹੁਣ ਤੱਕ 300 ਹੋਰ ਦਰਜ ਕਰ ਲੈਂਦੇ ਤਾਂ ਇਹਨੇ ਕ੍ਰਾਈਮ ਕੀਤੇ ਹੋਏ ਐਗਜ਼ੈਕਟਲੀ। ਤੁਸੀਂ ਮਤਲਬ ਮੈਂ 300 ਦੀ ਵੀ ਘੱਟ ਫਿਗਰ ਕਹਿੰਦਾ, ਠੀਕ ਹੈ, ਜਿੰਨੇ ਮਤਲਬ ਇਹਨਾਂ ਦੀ ਠੱਗੀਆਂ ਥਾਂ ਤੇ ਕੀਤੀਆਂ ਹੋਈਆਂ। ਇਹ ਤਾਂ ਹੁਣ ਇਹਦਾ ਜਿਹੜਾ ਕੁਨਬਾ ਫਸ ਰਿਹਾ, ਇਹਨੇ ਜਿਹੜੇ ਵੀ ਸਾਰੇ ਜਿੰਨੇ MLA ਮੰਤਰੀ ਸੀ ਸਾਰੇ ਆਪਦੇ ਨਾਲ ਇਨਵੋਲਵ ਕੀਤੇ ਹੋਏ ਸੀ ਸਾਰੇ ਜ਼ਿਲ੍ਹਿਆਂ ਦੇ ਵਿੱਚ। ਤੁਹਾਡੇ ਵੀ ਧਿਆਨ 'ਚ ਹੋਣਾ ਆ ਜਿਹੜਾ ਕੁਲਬੀਰ ਜੀਰਾ ਤੇ ਜਿਹੜਾ ਉਹ ਪਾੜਾ ਜਿਹੜਾ MLA ਹੈ, ਇਹਨਾਂ ਦੇ ਬੈਂਕਾਂ ਦੇ ਅਕਾਊਂਟ ਵੀ ਮੰਗ ਲਏ ਆ। ਉਹ ਆਸ਼ੂ ਨਾਲ ਤਾਰ ਜੋੜਦੀ ਦਿਸਦੀ ਹੈ। ਤੁਹਾਡਾ ਕੁਐਸਚਨ ਸੀਗਾ ਕਿ ਜਿਹੜਾ ਇਹ ਨਵਾਂ ਮੁਕੱਦਮਾ ਉਹ ਜਲੰਧਰ ਜਿਹੜੀ ਹੈਗੀ ਆ ਰੇਂਜ ਹੈ, ਜਿਵੇਂ ਲੁਧਿਆਣੇ ਦੀ ਰੇਂਜ ਆ, ਜਲੰਧਰ ਰੇਂਜ ਜਿਹੜੀ ਹੈਗੀ ਆ ਇਨਕੁਆਇਰੀ ਕਰ ਰਹੀ ਸੀ। ਨਵੇਂ ਸ਼ਹਿਰ ਦਾ ਮੈਟਰ ਹੈ, ਰਲਦਾ ਮਿਲਦਾ ਜਿਹੜਾ ਕਿ ਇਸ ਤਰ੍ਹਾਂ ਦਾ ਹੋਇਆ। ਉਹਦੇ ਵਿੱਚ ਨਾਮਜ਼ਦ ਉਹਨੂੰ ਕਰ ਲਿਆ ਗਿਆ। ਇਹ ਖਬਰ ਅਖਬਾਰ ਵਿੱਚ ਆ ਗਈ ਹੈ। ਮੇਰੀ ਕਿਸੇ ਸੀਨੀਅਰ ਅਫਸਰ ਨਾਲ ਗੱਲ ਹੋਈ ਸੀ, ਮੈਂ ਇਹਨੂੰ ਵੈਰੀਫਾਈ ਕਰਨਾ ਚਾਹਿਆ ਸੀ, ਪਰ ਉਹਨਾਂ ਨੇ ਗੋਲ ਮੋਲ ਜਵਾਬ ਦਿੱਤਾ ਵੀ ਹਾਂ ਜੀ ਕਰ ਰਹੇ ਹਾਂ, ਨੇੜੇ ਹੋ ਗਿਆ, ਹੋ ਜਾਊਗਾ। ਪਰ ਮੈਨੂੰ ਜਿਹੜੀ ਮੇਰੀ ਇਨਫੋਰਮੇਸ਼ਨ ਹੈ ਜਾਂ ਮੈਂ ਸਮਝਦਾ ਜਿਸ ਤਰ੍ਹਾਂ ਦੇ ਹਾਲਾਤ ਹੈ ਕਿ ਖਬਰ ਬਾਹਰ ਆਈ ਹੈ, ਐਵੇਂ ਖਬਰ ਬਾਹਰ ਨਹੀਂ ਆ ਸਕਦੀ। ਤਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ। ਹੁਣ ਦੇਖੋ ਇਹਦੀ ਜਿਹੜੀ ਬੇਲ ਹੈ ਉਹ ਹਾਈ ਕੋਰਟ ਵਿੱਚ ਲੱਗੀ ਹੋਈ ਹੈ ਤੇ ਉਹਨੇ ਕੀਤੀ ਹੋਈ ਹੈ, ਉਹਨੂੰ ਫੈਸਲਾ ਰਾਖਵਾਂ ਰੱਖਿਆ। ਉਹ ਕਿਸੇ ਵੀ ਟਾਈਮ ਜਿਹੜਾ ਉਹਨੂੰ ਸੁਣਾਇਆ ਜਾ ਸਕਦਾ। ਤਾਂ ਇਹਦੇ ਵਿੱਚ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਵੀ ਸ਼ਾਇਦ ਪੁਲਿਸ ਇਸ ਚੀਜ਼ ਨੂੰ ਇਸ ਕਰਕੇ ਦੇਖ ਰਹੀ ਹੋਵੇ ਵੀ ਜੇਕਰ ਹਾਈ ਕੋਰਟ ਦੇ ਵਿੱਚ ਜਿਵੇਂ ਲੱਗਦਾ ਕਿ ਹਾਲਾਤ ਬਣੇ ਹੋਏ ਆ, ਇਹਨਾਂ ਨੇ ਉਹਨਾਂ ਜਿਹੜਾ ਜਸਟਿਸ ਰਾਜਮੋਹਨ ਹੈ ਉਹਦੇ ਮੁੰਡੇ ਨਾਲ ਕੋਈ ਤਾਲਮੇਲ ਕਰਕੇ, ਮੈਂ ਲਿਖਦਾ ਉਹਨਾਂ ਆਪਣੀ ਪੋਸਟਾਂ 'ਚ ਵੀ ਦੱਸਿਆ ਹੋਇਆ, ਤੁਹਾਡੇ ਸਾਹਮਣੇ ਵੀ ਕਰ ਰਿਹਾ ਵੀ ਇਹਨਾਂ ਦਾ ਵਕੀਲ ਜਿਹੜਾ ਵਿਨੋਦ ਕਈ ਦਾ ਭਰਾ ਵਿਪਨ ਕਈ ਹੈ,
ਤੋ ਇਹ ਸਾਰਾ ਨੈਕਸਸ ਰਲਿਆ ਹੋਇਆ ਤੇ ਜਿਹੜੀ ਕੋਰਟ ਹੈ ਇਹਦੀ ਵੀ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਉਹਦੇ ਚ ਬੈਂਸਾਂ ਦੇ ਕੇਸ ਬਾਰੇ ਵੀ ਜ਼ਿਕਰ ਕੀਤਾ ਸੀ। ਤੋਂ ਬੈਂਸਾਂ ਦਾ ਕੇਸ ਤਾਂ ਜਿਹੜਾ ਹੈਗਾ ਵਾਪਸ ਕਰਤਾ ਸੀ ਇਹਨੇ ਜਸਟਿਸ ਰਾਜਮੋਹਨ ਨੇ, ਪਰ ਇਹ ਕੇਸ ਜਿਹੜਾ ਪੈਂਡਿੰਗ ਹੈ ਤੇ ਇਹਦੀ ਜਿਹੜੀ ਬੇਲ ਜਿਹੜੀ ਹੈਗੀ ਉਹ ਲੈ ਸਕਦਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ। ਅਦਰਵਾਈਜ਼ ਜੋ ਸੋਸ਼ਲ ਸਮਾਜਿਕ ਹਾਲਾਤ ਨੇ, ਜਿਵੇਂ ਬੈਂਸ ਸਾਹਿਬ ਤੇ ਅਸੀਂ ਜਿਹੜੀ ਕੀਤੀ ਸੀ ਪ੍ਰੈਸ ਕਾਨਫਰੰਸ, ਉਹ ਚੀਜ਼ ਵੀ ਜਿਹੜੀ ਹੈਗੀ ਲੋਕਾਂ ਦੀ ਨਿਗਾਹ 'ਚ ਹੈ, ਅਸੀਂ ਵਾਚ ਵੀ ਕਰ ਰਹੇ ਹਾਂ ਤੇ ਲੱਗਦਾ ਨਹੀਂ ਕਿ ਐਡਾ ਵੱਡਾ ਜਿਹੜੇ ਕਿ ਮੁਜਰਮ ਹੈਗੇ ਤੇ ਉਹਨਾਂ ਨੂੰ 1.5 ਮਹੀਨੇ ਬਾਅਦ ਜਿਹੜੀ ਕੋਰਟ ਹਾਈ ਕੋਰਟ ਵਾਲੇ ਜ਼ਮਾਨਤ ਦੇ ਦੇਣ, ਪਰ ਕਿਉਂਕਿ ਇੱਥੇ ਸਭ ਕੁਝ ਚੱਲਦਾ, ਦੁਕਾਨਦਾਰੀ ਤਾਂ ਬਣੀ ਹੋਈ ਹੈ। ਤਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਵਿਜੀਲੈਂਸ ਸ਼ਾਇਦ ਇਹ ਵੀ ਦੇਖ ਰਹੀ ਹੋਊਗੀ ਵੀ ਜੇਕਰ ਉਹ ਜ਼ਮਾਨਤ ਦਿੰਦੇ ਆ ਤੇ ਦੂਜੇ ਉਸ ਦਿਨ ਨੂੰ ਸ਼ੋਅ ਕਰਕੇ ਅਰੈਸਟ ਪਾ ਲੈਣਗੇ। ਤਾਂ ਮੈਨੂੰ ਲੱਗਦਾ ਨਹੀਂ ਹੈਗਾ ਕਿ ਐਡੀ ਛੇਤੀ ਇਹਦਾ ਖੜਾ ਛੁੱਟੂਗਾ। ਤੇ ਜਿੰਨਾ ਕੋਈ ਗੱਲ ਮੇਰੀ ਹੋਈ ਅਫਸਰ ਦੇ ਨਾਲ, ਉਹਨੇ ਮੈਨੂੰ ਸਪਸ਼ਟ ਤਾਂ ਨਹੀਂ ਕੀਤਾ, ਪਰ ਇਹ ਗੱਲ ਕਲੀਅਰ ਹੈ ਕਿ ਉੱਥੇ ਕੁਝ ਚੀਜ਼ ਚੱਲ ਰਹੀ ਸੀ ਤੇ ਮੈਨੂੰ ਵੱਡੀ ਉਮੀਦ ਹੈ ਕਿ ਉਹਦੇ ਵਿੱਚ ਇਹਨੂੰ ਨਾਮਜ਼ਦ ਕਰ ਲਿਆ ਗਿਆ। ਤੇ ਜਿਹੜੀ ਗੱਲ ਡਿਸਕਲੋਜ਼ ਨਹੀਂ ਕਰ ਰਹੇ, ਉਹ ਇਹੀ ਲੱਗਦਾ ਕਿ ਉਹ ਇਹ ਦੇਖ ਰਹੇ ਹਾਈ ਕੋਰਟ ਦਾ ਫੈਸਲਾ ਕੀ ਆਉਂਦਾ। ਜੇ ਤਾਂ ਉਹਦੇ 'ਚ ਬੇਲ ਹੁੰਦੀ ਹੈ ਇਹਦੀ, ਫਿਰ ਤਾਂ ਉਹਨੂੰ ਅਰੈਸਟ ਪਾ ਕੇ ਨਾਲ ਦੀ ਨਾਲ ਉਹਦੇ 'ਚ ਦੁਬਾਰਾ ਉਹਨੂੰ ਰਿਮਾਂਡ ਤੇ ਲੈ ਲੈਣਗੇ, ਤੇ ਨਹੀਂ ਤਾਂ ਆਰਾਮ ਨਾਲ ਹੋਰ ਜਿਹੜੀ ਹੈਗੀ ਡੂੰਘਾਈ ਨਾਲ ਜਿਹੜੀ ਹੈਗੀ ਹੈ ਹੋਰ ਤਫਤੀਸ਼ ਕਰਕੇ ਐਵੀਡੈਂਸ ਜਿਹੜੀ ਹੈ ਹੋਰ ਇਕੱਠੀ ਕਰਕੇ, ਹੋ ਸਕਦਾ ਇਹਦਾ ਬੜਾ ਬਸਤਾ ਜਿਹੜਾ ਹੈਗਾ ਵਾ ਉਹ ਭਾਰਾ ਕੀਤਾ ਜਾਂਦਾ ਹੋਵੇ। ਇੱਕ ਤੁਸੀਂ ਹੋਰ ਗੱਲ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਪਿਛਲੇ ਦਿਨੀ ਉਹਦੀ ਗ੍ਰਿਫਤਾਰੀ ਹੋਈ ਹੈ, ਤੁਸੀਂ ਕਿਹਾ ਗੁੜ ਮੰਡੀ ਵਾਲਾ ਮਸਲਾ ਵੀ ਅਸੀਂ ਜਿਹੜਾ ਉਹ ਚੱਕਾਂਗੇ, ਉਹ ਮਸਲਾ ਤੁਸੀਂ ਚੁੱਕਿਆ ਜਾਂ ਉਹਦੇ ਤੇ ਵੀ ਕੁਝ ਹੋ ਰਿਹਾ? ਉਹਨੂੰ ਤਾਂ ਮੈਂ ਇੰਨਾ ਚੱਕ ਰਿਹਾ ਹਾਂ, ਉਹਨੂੰ ਤਾਂ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ। ਮੈਂ ਬਿਲਕੁਲ ਜਿਹੜੀ ਵਿਜੀਲੈਂਸ ਲੁਧਿਆਣਾ ਦੀ ਜਿਹੜੀ ਟੀਮ ਕੰਮ ਕਰ ਰਹੀ ਹੈ, SSP ਉੱਥੇ ਮਿਸਟਰ ਸੰਧੂ ਲੱਗੇ ਹੋਏ ਨੇ, ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਹੋਈ ਹੈ। ਉਹਦੇ 'ਚ ਇਹਦੀਆਂ ਠੱਗੀਆਂ ਤੋਂ ਇਲਾਵਾ ਉਹ ਡਿਟੇਲ ਸਾਰੇ ਕੇਸਾਂ ਦੀ ਜਿਹੜੀ ਦੇ ਦਿੱਤੀ ਸੀਗੀ। ਉਹਨਾਂ ਨੇ ਉਹਦੇ 'ਚ ਅੱਗੇ ਉਹ ਆਪਣੇ ਨਾਲ ਉਹਨੂੰ ਆਪਣੇ ਜਿਹੜੀ ਇਨਕੁਆਇਰੀ ਫਾਈਲ ਆ ਉਹਦੇ ਵਿੱਚ ਲਗਾ ਕੇ ਜਿਹੜੀ ਇਹ ਮਰਡਰ ਵਾਲੇ ਜਿਹੜੀ ਤੇ ਬੰਬ ਧਮਾਕੇ ਵਾਲੇ, ਕਿਉਂਕਿ ਜੁਰੀਡਿਕਸ਼ਨ ਆਉਂਦੀ ਕਮਿਸ਼ਨ ਦਾ ਜਿਹੜਾ ਹੈਗਾ ਜਿਹੜਾ ਪੁਲਿਸ ਲੁਧਿਆਣਾ ਦੀ, ਤੇ ਉਹਨਾਂ ਨੇ ਲੈਟਰ ਉਹਨਾਂ ਨੂੰ ਲਿਖ ਕੇ ਭੇਜ ਦਿੱਤੀ ਹੈ ਵੀ ਇਹਦੇ ਤੇ ਅਗਲੀ ਕਾਰਵਾਈ ਤੁਸੀਂ ਕਰੋ। ਪਰ ਕਿਉਂਕਿ ਮੈਂ ਤਾਂ ਆਪਣੇ 20 ਦੇ ਵਿੱਚ ਸਨ 2020 ਦੇ ਫਰਵਰੀ ਦੇ ਵਿੱਚ ਜਿਹੜੀ ਦਰਖਾਸਤ ਦਿੱਤੀ ਹੋਈ ਸੀ ਇਹਨਾਂ ਕਤਲਾਂ ਦੇ ਮਾਮਲੇ ਦੇ ਵਿੱਚ ਹੀ, ਉਹ ਅੱਜ ਤੱਕ ਜਿਹੜੀ ਹੈਗੀ DG ਅਫਸਰ ਦੇ ਵਿੱਚ ਪੈਂਡਿੰਗ ਹੈਗੀ ਹੈ। ਤਾਂ ਮੈਂ ਕਾਫੀ ਸੀਨੀਅਰ ਅਫਸਰਾਂ ਦੇ ਧਿਆਨ 'ਚ ਵੀ ਇਹ ਚੀਜ਼ ਲੈਂਦੀ ਹੋਈ ਹੈ, ਪਰ ਕਿਉਂਕਿ ਸਰਕਾਰ ਮੇਰੇ ਖਿਆਲ ਹੈ ਜਿਹੜੀ ਹੈਗੀ ਕਿਸੇ ਸੈਟਲਮੈਂਟ ਦੇ ਇਸ ਮਾਮਲੇ 'ਚ ਆ ਨਹੀਂ ਰਹੀ। ਨਹੀਂ ਤਾਂ ਕੋਈ ਗੱਲ ਹੀ ਨਹੀਂ ਹੈਗੀ, ਇਹਨੂੰ ਤਾਂ ਲੋੜ ਹੀ ਨਹੀਂ। ਮੈਂ ਤਾਂ ਕਹਿੰਦਾ ਹੁੰਦਾ ਕਿ ਆ ਜਿਹੜੀਆਂ ਕਰਪਸ਼ਨਾਂ ਇਹਨਾਂ ਨੇ ਕੀਤੀਆਂ ਇਹਦੇ ਤਾਂ ਭਾਵੇਂ ਇਹਨੂੰ ਬਰੀ ਕਰਾ ਦਿਓ, ਉਹ ਜਿਹੜੀ ਐਵੀਡੈਂਸ ਜਿਹਦੇ ਸਾਹਮਣੇ ਆ ਜਾਊਗੀ, ਠੀਕ ਹੈ, ਉਹਦੇ ਤੋਂ ਇਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਈਵਨ ਮੈਂ ਨਹੀਂ ਬਚਾ ਸਕਦਾ ਜਿਹਨੇ ਸਾਰਾ ਕੁਝ ਇਕੱਠਾ ਕੀਤਾ। ਉਹ ਇੱਕ ਵਾਰੀ ਜਿਹੜੀ ਚੀਜ਼ ਆ ਚੁੱਕੀ ਹੈ ਉਹਦਾ ਕੋਈ ਹੱਲ ਨਹੀਂ ਹੈਗਾ। ਉਹਦੇ 'ਚ 4 ਕਤਲ ਹੈ, ਉਹਦੇ 'ਚ ਬੰਬ ਧਮਾਕਾ ਹੈਗਾ, ਪਰ ਇੱਥੇ ਆ ਕੇ ਸਰਕਾਰ ਦੀਆਂ ਫਿਰ ਜਦੋਂ ਮੈਂ ਇੰਟਰਵਿਊ 'ਚ ਕਹਿੰਦਾ ਦੁਨੀਆ ਤੱਕ ਗੱਲ ਜਾਂਦੀ ਹੈ, ਤੇ ਇਹ ਸਰਕਾਰ ਜਿਹੜੀ ਇਹਦੇ ਤੇ ਕੋਈ ਜਿਹੜਾ ਉੱਤਾ ਨਹੀਂ ਲੈਂਦੀ। ਅਦਰਵਾਈਜ਼ ਇਹਨਾਂ ਨੇ ਕਰਨਾ ਹੋਵੇ ਕੁਝ ਤੇ ਫਿਰ ਇਹਨੂੰ ਤਾਂ ਨਹੀਂ ਕਿੱਥੋਂ ਮਾੜੀ ਮੋਟੀ ਇਨਫੋਰਮੇਸ਼ਨ ਤੇ ਆ ਕੇ ਕਾਰਵਾਈਆਂ ਕਰਦੇ ਫਿਰਦੇ ਆ। ਤਾਂ ਉਹਦੇ ਮਰਡਰ ਵਾਲੇ ਕੇਸ ਜਿਹੜੇ ਹੈਗੇ ਆ ਉਹ ਬਿਲਕੁਲ ਖੁਲਾਉਣੇ ਪੈਣਗੇ ਇਹਨਾਂ ਨੂੰ। ਇਹ ਨਹੀਂ ਖੋਲਣਗੇ, ਹੋਰ ਲੰਮਾ ਸਮਾਂ ਪਾ ਕੇ ਬੋਲਦੇ ਰਹਾਂਗੇ ਕਿੰਨਾ ਚਿਰ ਨਹੀਂ ਖੋਲਣਗੇ। ਤਾਂ ਉਹ ਜਿਹੜਾ ਕੇਸ ਜਿਹਨੂੰ ਖੁੱਲ੍ਹ ਜਾਣਗੇ ਫਿਰ ਤਾਂ ਇਹਨੂੰ ਵਾਸਤੇ ਕੋਈ ਰਸਤਾ ਬੰਦ ਜਿਹੜਾ ਖੁੱਲ੍ਹਾ ਰਹਿ ਨਹੀਂ ਜਾਣਾ, ਸਾਰੇ ਬੰਦ ਹੋ ਜਾਣੇ। ਤੇ ਆਹ ਜਿਹੜਾ ਹੈਗਾ ਹੁਣ ਦੇਖ ਰਹੇ ਆ ਜੇ ਇਹਦੇ ਵਿੱਚ ਇਹਦਾ ਬਥੇਰੇ ਪੈਸੇ ਜਿਹੜੇ ਕਿਤੇ ਲੋਕਾਂ ਨੂੰ ਲੁੱਟ ਕੇ ਹਰਾਮ ਦੇ ਇਕੱਠੇ ਕੀਤੇ ਹੋਏ ਆ। ਜੇ ਜੱਜ ਵੀ ਵਿਚਾਰਾ ਹਾਈ ਕੋਰਟ ਦਾ ਕੋਈ 100-200 ਕਰੋੜ ਲੈ ਲੂਗਾ ਤੇ ਕੀ ਫਰਕ ਪੈਣਾ, ਕਿਉਂਕਿ ਛੱਡਿਆ ਤੇ ਇਹਨੇ ਜਾਣਾ ਹੀ ਨਹੀਂ ਹੈਗਾ। ਇਹ ਨਹੀਂ ਤਾਂ ਦੂਜੇ ਕੇਸ ਵਿੱਚ ਹੋ ਜਾਊਗਾ, ਫਿਰ ਉਸ ਤੋਂ ਬਾਅਦ ਹੋਰ ਕੇਸ ਹੈ। ਤਾਂ ਉਮੀਦ ਲੱਗਦੀ ਹੈ ਕਿ ਜਿਸ ਤਰ੍ਹਾਂ ਦੀ ਸਰਕਾਰ ਦੀ ਇਹਦਾ 1-2 ਕੇਸਾਂ ਦੇ ਵਿੱਚ, ਜਿਵੇਂ ਸੰਦੀਪ ਸੰਧੂ ਦੀ ਗੱਲ ਆਪਾਂ ਅਗਾਂਹ ਕਰਾਂਗੇ ਵੀ ਜੇ ਇਹ ਸ਼ੁਰੂ ਹੋਇਆ ਤੇ ਇਹਦੇ ਪਿੱਛੇ ਜਿਹੜਾ ਹੈਗਾ ਜੇ ਈਜ਼ੀ ਵੇ ਦਿੰਦੇ ਇਹਨਾਂ ਨੂੰ, ਤੇ ਉਹਦਾ ਇਹ ਹੈ ਕਿ ਫਿਰ ਇਹਨਾਂ ਕੋਲ ਜਿਹੜਾ ਸਮਾਨ ਇਹਨਾਂ ਨੇ ਲੁੱਟਿਆ ਹੋਇਆ ਉਹਦੀ ਜਿਹੜੀ ਬਰਾਮਦਗੀ ਜਿਹੜੀ ਆਪਣੇ ਪ੍ਰਾਈਵੇਟਲੀ ਕਰਕੇ ਤੇ ਉਦੋਂ ਬਾਅਦ ਜੇਲ੍ਹਾਂ 'ਚ ਤੱਕ ਦਿਓ, ਤੇ ਹੋਰ 2-4 ਮਹੀਨੇ ਬਾਅਦ ਜਿਵੇਂ ਅੱਗੇ ਮਜੀਠੀਆ ਬਾਹਰ ਆਇਆ ਉਵੇਂ ਜਿਹੜੀ ਕੋਰਟਾਂ ਹੈਗੀਆਂ ਉਹਨਾਂ ਦੀ ਸੈਟਲਮੈਂਟ ਹਰੇਕ ਚੀਜ਼ ਨਾਲ ਹੁੰਦੀ ਹੈ, ਤੇ ਉਧਰ ਆਪਣੀ ਪੈਰਵਾਈ ਕਰਕੇ ਬਾਹਰ ਆ ਜਾਣਗੇ। ਤਾਂ ਦੇਖਦੇ ਹਾਂ ਇਹਦੇ ਵਿੱਚ ਗਾਂ ਐਵੀਡੈਂਸ ਜਿਹੜੀ ਇਹਨਾਂ ਸਾਰੇ ਕੇਸਾਂ ਦੇ ਵਿੱਚ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਿਵੇਂ ਹੁੰਦੀ ਹੈ। ਜੇ ਇਨਵੈਸਟੀਗੇਸ਼ਨ ਇਮਾਨਦਾਰੀ ਨਾਲ ਹੋਊਗੀ ਤਾਂ ਉਹ ਜਿਹੜੀ ਸਾਹਮਣੇ ਆ ਜਾਊਗੀ, ਤੇ ਉਹਦੇ ਵਾਸਤੇ ਅਸੀਂ ਬਾਹਰ ਜਿਹੜੇ ਇਨਵੈਸਟੀਗੇਟਰ ਬੈਠੇ ਆ। ਪਤਾ ਲੱਗਿਆ ਕਿ ਵਿਜੀਲੈਂਸ ਦੇ ਅਫਸਰ ਤਾਂ ਉੱਥੇ ਜਿਹੜੇ ਵਧੀਆ ਲੱਗਿਆ ਵਧੀਆ ਕਾਰਵਾਈ ਕਰ ਰਹੇ। ਜਦੋਂ ਤੱਕ ਵਧੀਆ ਕਾਰਵਾਈ ਚੱਲਦੀ ਹੈ ਅਸੀਂ ਨਾਲ ਦੀ ਨਾਲ ਕਹਿੰਦੇ ਆ। ਮੈਨੂੰ ਲੱਗੀ ਸੀ ਢਿੱਲੀ ਕਾਰਵਾਈ ਕੁਝ ਦਿਨ ਪਹਿਲਾਂ ਤੋਂ, ਪਰ ਉਸ ਤੋਂ ਬਾਅਦ ਜਿਹੜੀ ਆਹ ਜਲੰਧਰ ਵਾਲੀ ਖਬਰ ਸਾਹਮਣੇ ਆਈ ਹੈ, ਫਿਰ ਸੰਦੀਪ ਸੰਧੂ ਦਾ ਤਾਰ ਜੋੜਿਆ ਹੋਇਆ, ਤਾਂ ਜਿਹੜੇ ਉਹਨਾਂ ਦੇ ਮੈਂ ਦੱਸਿਆ ਕੁਲਵੀਰ ਜੀਰੇ ਦੇ ਤੇ ਜਿਹੜਾ ਪਾੜਾ MLA ਉਹਦਾ ਗੁਰਦਾਸਪੁਰ ਦਾ, ਉਹਨਾਂ ਦੇ ਬੈਂਕ ਅਕਾਊਂਟ ਜਿਹੜੇ ਫਰੋਲੇ ਜਾ ਰਹੇ ਆ। ਇਹਦਾ ਮਤਲਬ ਇਹ ਤਾਰਾਂ ਤਾਂ ਸਾਰੀਆਂ ਜੁੜੀਆਂ, ਕੁਝ ਚੱਲਦਾ ਰਿਹਾ ਹੀ ਹੈ ਨਾ। ਤਾਂ ਹਰ ਚੀਜ਼ ਜਿਹੜੀ ਹੁੰਦੀ ਹੈ ਸਾਹਮਣੇ ਸਮੇਂ ਤੋਂ ਪਹਿਲਾਂ ਆਉਣੀ ਵੀ ਠੀਕ ਨਹੀਂ ਹੁੰਦੀ। ਤਾਂ ਮੈਂ ਸਮਝਦਾ ਕਿ ਹੁਣ ਤੱਕ ਦਾ ਹਾਲਾਤ ਉਹ ਜਿਹੜੇ ਵਧੀਆ ਤਾਂ ਚੱਲ ਰਹੇ, ਕਿਉਂਕਿ ਜਿਹੜਾ ਵਿਜੀਲੈਂਸ ਚੀਫ ਲੱਗੇ ਹੋਏ ਆ ਉਹ ਜਿਹੜੇ ਹੈਗੇ ਆ ਹਮੇਸ਼ਾ ਪੁਰਾਣੀਆਂ ਦੋਨੋਂ ਸਰਕਾਰਾਂ ਦੇ ਤੋਂ ਇਗਨੋਰਡ ਔਰ ਅਨਫਿਟ ਸੀ, ਕਿਉਂਕਿ ਉਹ ਫੇਰ ਆਦਮੀ ਹੈ, ਉਹ ਕਿਸੇ ਨੂੰ ਮਤਲਬ ਮਾਫ ਨਹੀਂ ਸੀਗਾ। ਉਹ ਬਹੁਤ ਦੇਰ ਤੱਕ ਸੀਟ ਤੇ ਬੈਠਾ ਸੀਗਾ ਔਰ ਬਹੁਤ ਕੁਝ ਵਾਚ ਕਰ ਰਿਹਾ ਸੀਗਾ। ਤੇ ਹੁਣ ਲੱਗਦਾ ਕਿ ਮਤਲਬ ਸਮਾਂ ਹੁੰਦਾ ਨਾ ਜਦੋਂ ਕੋਈ ਵਕਤ ਆਉਂਦਾ ਤੇ ਕੁਝ ਲੋਕਾਂ ਨੂੰ ਮੌਕਾ ਮਿਲਦਾ, ਉਹ ਫਿਰ ਉਹ ਆਪਣਾ ਉਦੋਂ ਵਿਖਾਉਂਦੇ ਵੀ ਅਸੀਂ ਕੌਣ ਹੈਗੇ ਨਾ। ਉਮੀਦ ਹੈ ਕਿ ਉਹ ਉਸ ਤਰ੍ਹਾਂ ਉਹ ਕਿਸੇ ਤਰ੍ਹਾਂ ਦਾ ਉਸ ਤੇ ਕੋਈ ਕਰਪਸ਼ਨ ਦਾ ਚਾਰਜ ਨਹੀਂ ਹੈਗਾ। ਉਹ ਮੈਨੂੰ ਉਮੀਦ ਹੈ ਕਿ ਮਤਲਬ ਜੇ ਉਹਨੂੰ ਕੰਟੀਨਿਊ ਕੀਤਾ ਗਿਆ ਤੇ ਫਿਰ ਆਉਣ ਵਾਲੇ ਸਮੇਂ 'ਚ ਸੰਜਾਈ ਘਟਾਲਾ ਵੀ ਖੁੱਲ੍ਹ ਜਾਣਾ। ਹੋਰ ਬਹੁਤ ਜਿਹੜੇ ਹੈਗੇ ਆ ਬੜੇ ਨਾਮ ਆਉਣ ਵਾਲੇ ਆ, ਤੇ ਇਸ ਬਹਾਨੇ ਨਾਲ ਜੇਲ੍ਹਾਂ ਜੂਲਾਂ ਦੀ ਤਾਂ ਮੈਨੂੰ ਅੱਗੇ ਵੀ ਕਹਿੰਦਾ ਹੁੰਦਾ ਕਿ ਸ਼ਾਇਦ ਰਿਪੇਅਰ ਵੀ ਚੰਗੀ ਹੋ ਜੇ, ਸ਼ਾਇਦ ਉੱਥੇ ਕੋਈ ਜਿਹੜਾ ਹੈਗਾ ਫੈਸਿਲਿਟੀਜ਼ ਵੀ ਵੱਡੀਆਂ ਹੋ ਜਾਣ, ਜਿੱਥੇ ਇਹਨਾਂ ਦੇ ਟਿਕਾਣੇ ਹੋ ਜਾਂਦੇ ਉੱਥੇ ਫਿਰ ਡਿਵੈਲਪਮੈਂਟ ਹੋਵੇ। ਹਾਂ, ਤਾਂ ਮੈਂ ਉਮੀਦ ਕਰਦਾ ਕਿਉਂਕਿ ਹਾਲਾਤ ਤੱਕ ਸਾਡੇ ਤੇ ਵੀ ਬਣਦੇ ਆ। ਆਫਟਰ ਆਲ ਤਾਂ
ਕਿੰਨਾ ਚਿਰ ਇਹ ਮਤਲਬ ਅਸੀਂ ਇਹਨਾਂ ਚੀਜ਼ਾਂ ਤੋਂ ਬਚੇ ਰਵਾਂਗੇ। ਮੈਨੂੰ ਪਤਾ ਹੈ ਕਿਸੇ ਸਟੇਜ ਤੇ ਸਾਨੂੰ ਵੀ ਜੇਲ੍ਹਾਂ ਵਿਖਾਉਣਗੇ, ਪਰ ਮੈਂ ਚਾਹੁੰਦਾ ਕਿ ਉਦੋਂ ਪਹਿਲਾਂ ਜੇਲ੍ਹਾਂ ਦੀ ਹਾਲਾਤ ਜਿਹੜੀ ਥੋੜੀ ਜ਼ਿਆਦਾ ਵਧੀਆ ਹੋ ਜਾਵੇ ਤਾਂ ਸਾਡੇ ਵਰਗੇ ਬੰਦੇ ਨੂੰ ਵੀ ਟਾਈਮ ਕੱਢਣਾ ਸੌਖਾ ਹੋ ਜਾਊਗਾ। ਤਾਂ ਸੋ ਦੇਖਦੇ ਆਉਣ ਵਾਲਾ ਸਮਾਂ। ਤੁਹਾਨੂੰ ਕਿਉਂ ਲੱਗਦਾ ਕਿ ਜੇਲ੍ਹਾਂ ਦਿਖਾਉਣਗੇ? ਕਿਉਂ ਨਹੀਂ, ਇੱਕ ਆਦਮੀ ਸਿਸਟਮ ਦੇ ਖਿਲਾਫ ਬੋਲ ਰਿਹਾ। ਮੈਂ ਤਾਂ ਹੁਣ ਤੱਕ ਹੈਰਾਨ ਹਾਂ ਕਿ ਹੁਣ ਤੱਕ ਕਿਉਂ ਨਹੀਂ ਵਿਖਾਈ ਗਈ। ਸਭ ਤੋਂ ਵੱਧ ਤਾਂ ਮਾਈਲਰਡਾਂ ਦੀ ਗੱਲ ਹੀ ਕਰਦੇ ਆ ਨਾ, ਇਹ ਤਾਂ ਕਿਸੇ ਨੂੰ ਵੀ ਵਿਖਾ ਸਕਦੇ, ਹਾਲਾਂਕਿ ਪ੍ਰੋਸੀਜਰ ਦੇ ਵਿੱਚੋਂ ਲੰਘਣਾ ਪਊਗਾ, ਪਰ ਉਹ ਪ੍ਰੋਸੀਜਰ ਇਹਨਾਂ ਨੂੰ ਬਹੁਤ ਲੱਗਦਾ ਕਿ ਤੁਹਾਡਾ ਜ਼ਿਆਦਾ ਬੋਲਣ ਦੇ ਚੱਕਰ 'ਚ ਤੁਸੀਂ ਬਚੇ ਹੋਏ ਹੋ। ਜੇ ਕਿਤੇ ਥੋੜਾ ਘੱਟ ਹੋ ਜਾਂਦੇ ਸ਼ਾਇਦ ਤੁਹਾਨੂੰ ਦਿਖਾ। ਮੈਂ ਜ਼ਿਆਦਾ ਨਹੀਂ ਬੋਲ ਰਿਹਾ, ਦਬਕੇ ਨੂੰ ਦਬਾਇਆ ਜਾਂਦਾ ਸੁਖਵਿੰਦਰ, ਮੈਂ ਜ਼ਿਆਦਾ ਨਹੀਂ ਮੈਂ ਬੋਲ ਰਿਹਾ, ਮੈਂ ਸੱਚ ਬੋਲ ਰਿਹਾ। ਮੇਰੇ ਕਹਿਣ ਦਾ ਭਾਵ ਵੀ ਜੇ ਤੁਸੀਂ ਚੁੱਪ ਕਰ ਜਾਂਦੇ ਤਾਂ ਸ਼ਾਇਦ ਦਬਾ ਲਿਆ ਜਾਂਦਾ। ਹਾਂ ਚਲੋ, ਉਹਨਾਂ ਨੇ ਸਾਰਾ ਕੁਝ ਕੀਤਾ, ਕੇਸ ਰਜਿਸਟਰ ਕੀਤਾ ਮੇਰੇ ਖਿਲਾਫ ਪੱਟੀ ਥਾਣੇ ਦੇ ਵਿੱਚ, ਸਸਪੈਂਡ ਕੀਤਾ, ਫਿਰ ਡਿਸਮਿਸ ਕਰ ਦਿੱਤਾ, ਸਾਰੇ ਫੰਡਸ ਰੋਕ ਲਏ। ਹੋਰ ਇਹ ਤੋਂ ਵੱਧ ਕੀ ਕਰਨਗੇ? ਠੀਕ ਹੈ, ਪਿੱਛੇ ਕੁਝ ਐਕਸੀਡੈਂਟਾਂ ਵਿੱਚੋਂ ਮੈਨੂੰ ਲੰਘਣਾ ਪਿਆ, ਉਹ ਵੀ ਫਿਜ਼ੀਕਲ ਮੇਰੇ ਤੇ ਅਸਾਲਟ ਹੋਇਆ, ਪਰ ਮੈਂ ਉਹਦਾ ਜ਼ਿਆਦਾ ਇਸ ਕਰਕੇ ਰੌਲਾ ਨਹੀਂ ਪਾਉਂਦਾ ਕਿ ਕੋਈ ਇਹ ਨਾ ਕਹੇ ਮੇਰੇ ਚ ਕਮਜ਼ੋਰੀ ਹੈ। ਕੁਝ ਨਹੀਂ, ਮੇਰੀ ਬੇਟਾ ਆਇਆ ਹੋਇਆ ਸੀ ਬਾਹਰੋਂ, ਉਹ ਬੜਾ ਬੁਰੀ ਤਰ੍ਹਾਂ ਐਕਸੀਡੈਂਟ ਗੱਡੀ ਹੋਈ, ਟੋਟਲ ਲਾਸ ਗੱਡੀ ਹੋਈ ਹੈ। ਜੇ ਗੱਡੀ ਸੇਫ ਨਾ ਹੁੰਦੀ, ਮਤਲਬ ਉਹਦੇ ਕੁਝ ਰੀਜ਼ਨ ਸੀ, ਉਹ ਗੱਡੀ ਬੜੀ ਮਜ਼ਬੂਤ ਸੀ, ਮੇਰੀ ਬੁਲਟ ਪ੍ਰੂਫ ਫਰਾਈ ਹੋਈ। ਤੁਸੀਂ ਵੀ ਸੀ ਵਿੱਚ? ਮੈਂ ਨਹੀਂ ਸੀਗਾ। ਅੱਛਾ, ਇਕੱਲੇ ਤੁਹਾਡੇ ਬੇਟੇ? ਹਾਂ, ਉਹ ਮੇਜਰ ਐਕਸੀਡੈਂਟ ਹੋਇਆ, ਉਹਦੇ ਵਿੱਚ ਮਤਲਬ ਸੱਟਾਂ ਵੀ ਚਲੋ ਲੱਗੀਆਂ, ਤੇ ਉਹ ਇੱਕ ਉਹ ਹੋ ਗਿਆ। ਇੱਕ ਮੇਰੇ ਤੇ ਆਪਣੇ ਤੇ ਕੋਈ ਮੋਟਰਸਾਈਕਲ ਸਵਾਰ ਸੀ, ਧੱਕਾ ਮਾਰ ਗਏ ਸੀ ਮੈਨੂੰ, ਤੇ ਉਹਦੇ ਵਿੱਚ ਮੈਨੂੰ ਮੇਰੀਆਂ ਪਸਲੀਆਂ ਫ੍ਰੈਕਚਰ ਹੋ ਗਈਆਂ ਸੀ। ਮੈਂ 1.5-2 ਮਹੀਨੇ ਬੈੱਡ ਤੇ ਰਿਹਾ, ਪਰ ਮੈਂ ਇਸ ਚੀਜ਼ ਨੂੰ ਸਿਰਫ ਲਿਖ ਕੇ ਨਾ ਦੇ ਦਿੱਤਾ ਸੀ। ਇਹ 2 ਘਟਨਾਵਾਂ ਜਿਹੜੀਆਂ ਹੈਗੀਆਂ, ਇਹ ਤੁਹਾਨੂੰ ਖਦਸ਼ਾ ਹੈ ਕਿ ਇਹ ਤੁਹਾਡੀ ਉਸ ਲੜਾਈ ਦੇ ਨਾਲ ਹੀ ਜੁੜਿਆ? ਕਿਉਂ ਨਹੀਂ ਹੋਣਗੀਆਂ ਦੋਵੇਂ? ਕਿਉਂ ਨਹੀਂ ਹੋ ਸਕਦੀਆਂ? ਠੀਕ ਹੈ, ਮੈਂ ਕਹਿੰਦਾ, ਮੈਂ ਤਾਂ ਇਹ ਨਹੀਂ ਕਹਿੰਦਾ ਵੀ ਹੈਗੀਆਂ, ਪਰ ਉਹ ਕਿਉਂ ਨਹੀਂ ਹੋ ਸਕਦੀਆਂ? ਪਾਰਟ ਆਫ ਇਨਵੈਸਟੀਗੇਸ਼ਨ ਹੈ, ਮੈਂ ਲਿਖ ਕੇ ਦਿੱਤਾ ਹੋਇਆ। ਜਿਹੜੇ ਕਮਿਸ਼ਨਰ ਲੱਗਿਆ ਹੋਇਆ ਲੁਧਿਆਣੇ ਕਸਤੂਭ ਸ਼ਰਮਾ, ਇਹਨੂੰ ਦੁਨੀਆ ਦੇ ਮਤਲਬ ਵੱਡੇ ਕੰਮ ਜਿਹੜੇ ਹੈਗੇ ਆ, ਉਹ ਤਾਂ ਹੈਗੇ ਪੋਲੀਟੀਸ਼ੀਅਨਾਂ ਦੇ ਕਹਿਣ ਤੇ। ਕਿਹਦੇ ਤੇ ਤੁਹਾਨੂੰ ਸ਼ੱਕ ਕਿਹਦੇ ਤੇ? ਕਿਉਂਕਿ ਤੁਹਾਡੀ ਲੜਾਈ ਦਾ ਫਰੰਟ ਤੁਸੀਂ ਬਹੁਤ ਖੋਲ ਰੱਖਿਆ, ਤੁਹਾਨੂੰ ਕਿਹਦੇ ਤੇ ਲੱਗਦਾ ਕਿ ਕਿਹਨੇ ਤੁਹਾਡੇ ਤੇ ਹਮਲਾ ਕਰਵਾਇਆ? ਕੋਈ ਕਰਵਾ ਦੇਵੇ ਜੀ, ਮੈਂ ਨਾ ਕਿਸੇ ਦਾ ਲੈ ਕੇ ਕੀ ਐਵੇਂ ਇਹਨਾਂ ਨੂੰ ਵੱਡੇ ਕਰਨਾ ਹੈਗਾ। ਠੀਕ ਹੈ, ਮੇਨਲੀ ਤਾਂ ਦੇਖੋ ਬੈਂਸਾਂ ਦੀ ਪ੍ਰੋਬਲਮ ਹੈ, ਜਿਹੜੀ ਸਟਾਰਟਿੰਗ ਜਿਹੜੇ ਬੰਦੇ ਕ੍ਰਿਮੀਨਲ ਮਾਈਂਡ ਕੌਣ ਹੈ, ਉਹ ਦੇ ਬੈਂਸ। ਆਸ਼ੂ ਦੀ ਵੀ ਜਿਹੜੀ ਹੈਗੀ ਹੈ ਬੈਕਗਰਾਉਂਡ ਸਾਰੀ ਇਹ ਕਤਲਾਂ ਵਾਲੀ ਹੈਗੀ ਹੈ, ਤਾਂ ਇਹ ਸਾਰੇ ਕ੍ਰਿਮੀਨਲ ਮਾਈਂਡ ਦੇ ਬੰਦੇ ਹੈਗੇ, ਕੋਈ ਵੀ ਕਰਾ ਸਕਦਾ, ਕੋਈ ਮੈਨੂੰ ਪਾਰਟੀਕੂਲਰ ਇਹੋ ਜਿਹਾ ਕੋਈ ਨਹੀਂ। ਪਰ ਮੈਂ ਪੁਲਿਸ ਨੂੰ ਇਹ ਜ਼ਿੰਮੇਵਾਰ ਸਮਝਦਾ। ਜਦੋਂ ਪੁਲਿਸ ਨੂੰ ਕਿਹਾ ਜਾ ਰਿਹਾ, ਦੱਸਿਆ ਜਾ ਰਿਹਾ, ਵੈਰੀਫਾਈ ਕਰਨ ਬਾਰੇ ਕਿਹਾ ਜਾ ਰਿਹਾ, ਤੇ ਕੋਈ ਸਿਕਿਉਰਿਟੀ ਬਾਰੇ ਪ੍ਰੋਵਾਈਡ ਕਰਨ ਬਾਰੇ ਕਹਿ ਰਿਹਾ, ਤਾਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਹੁਣ ਵੀ ਜੇ ਕੋਈ ਇਹੋ ਜਿਹੀ ਮਿਸ ਹੈਪਨਿੰਗ ਹੋਊਗੀ, ਜੇ ਤੱਕ ਤੇ ਮੈਂ ਬਿਆਨ ਦੇਣ ਵਾਸਤੇ ਰਹਿ ਗਿਆ, ਫਿਰ ਤਾਂ ਕਮਿਸ਼ਨਰ ਜਿਹੜਾ ਲੁਧਿਆਣਾ ਉਹਦੇ ਤੇ ਬਾਈ ਨੇਮ ਪਰਚਾ ਦਰਜ ਕਰਾਊਂਗਾ। ਤੇ ਨਹੀਂ ਤਾਂ ਮੈਂ ਬੋਲਦਾ ਹੀ ਰਹਿਣਾ ਵੀ ਇਹ ਰੀਜ਼ਨ ਹੈ ਇਹਨਾਂ ਦੇ ਵਿੱਚ ਜਿਹੜਾ ਹੈ, ਇਹਨਾਂ ਦੀ ਪੁਲਿਸ ਜਿਹੜੀ ਇਹਦੀ ਬਿਲਕੁਲ ਮਿਲੀ ਭੁਗਤ ਹੈ। ਇਹਦੇ ਨੂੰ ਕੀ ਦਿੱਤਾ? 2-2 ਟਕੇ ਦੇ ਬੰਦਿਆਂ ਨੂੰ 25-25 ਬੰਦੇ ਇਹਨਾਂ ਨੇ ਦਿੱਤੇ ਹੋਏ। ਇੱਕ ਆਦਮੀ ਜਿਹੜਾ ਦਿਖਾਈ ਦੇ ਰਿਹਾ, ਤੁਹਾਨੂੰ ਸਿਕਿਉਰਿਟੀ ਦਿੱਤੀ ਹੈ? ਨਹੀਂ, ਇੱਕ ਮੁੰਡਾ ਗਨਮੈਨ ਹੈਗਾ, ਉਹ ਵੀ ਤਾਂ ਹੈਗਾ ਕਿਉਂਕਿ ਇਹਨਾਂ ਨੇ ਹਾਈ ਕੋਰਟ 'ਚ ਲਿਖ ਕੇ ਦਿੱਤਾ ਹੋਇਆ ਸੀ ਪਹਿਲਾਂ, ਤੇ ਹੁਣ ਵਿਡਰਾ ਉਹ ਕਰ ਨਹੀਂ ਸਕਦੇ, ਇਹਨਾਂ ਦੀ ਪ੍ਰੋਬਲਮ ਹੈ, ਨਹੀਂ ਤਾਂ ਅਦਰਵਾਈਜ਼ ਤਾਂ ਇੱਕ ਵੀ ਨਾ ਦੇਣ ਸੀ। ਹੁਣ ਤੁਹਾਡਾ ਬੇਟਾ ਠੀਕ ਹੈ? ਹੁਣ ਠੀਕ ਹੈ ਜੀ, ਬਾਹਰ ਹੈ ਤੇ ਆਪਣਾ ਆਪ ਕਰਾ ਰਿਹਾ ਇਲਾਜ, ਠੀਕ ਹੈ, ਸੋਕੇ ਚੱਲਦਾ ਨਹੀਂ ਲਾਈਫ ਹੈ। ਇਹਨਾਂ ਚੀਜ਼ਾਂ ਨੂੰ ਜੇ ਆਪਾਂ ਉਵੇਂ ਲੈ ਕੇ ਚੱਲੂਗਾ ਫਿਰ ਤਾਂ ਮਤਲਬ ਮੈਨੂੰ ਅੱਗੇ ਲਈ ਫਿਰ ਤੁਸੀਂ ਕਿਵੇਂ ਸੋਚ ਰਹੇ ਹੋ? ਅੱਗੇ ਠੀਕ ਹੈ ਜੀ, ਜਿਸ ਤਰ੍ਹਾਂ ਦਾ ਦਿਨ ਨੂੰ ਜਿਹੜਾ ਮਿਲਦਾ ਪਰਮਾਤਮਾ ਦੀ ਕਿਰਪਾ ਨਾਲ ਆਪਣੀ ਧਿਆਨ ਰੱਖੀਦਾ, ਸਜੇ ਖੱਬੇ ਜਿੰਨੇ ਕ ਆਪਣੀ ਹੈਗਾ ਮੰਗ ਤੁਸੀਂ ਕਰੋਗੇ? ਮੈਂ ਕੀਤੀ ਹੋਈ ਇਹਨਾਂ ਕੋਲੋਂ, ਠੀਕ ਹੈ, ਪਰ ਮੈਂ ਮਿੰਨਤਾਂ ਕਰ ਨਹੀਂ ਜਾਂਦਾ। ਹੋ ਗਏ ਉਦੋਂ 2.5-3 ਮਹੀਨੇ 3 ਮਹੀਨੇ ਤੋਂ ਪਲੱਸ ਹੋ ਗਏ, ਨਹੀਂ ਦਿੱਤਾ? ਨਾ ਕੁਝ ਨਹੀਂ ਦਿੱਤਾ। ਮੈਂ ਜਵਾਬ ਕਹਿੰਦੇ ਕੋਈ ਨਹੀਂ, ਪਹਿਲਾਂ ਵੈਰੀਫਾਈ ਕਰ ਰਹੇ ਨੇ। ਤੁਸੀਂ ਕੋਰਟ ਰਾਈ ਗਏ ਸੀ? ਫਿਰ ਕਸਤੂਭ ਸ਼ਰਮਾ ਜੀ ਕੋਲ ਗਿਆ ਸੀ ਇੱਕਦਮ, ਠੀਕ ਹੈ, ਕਹਿੰਦੇ ਨਹੀਂ ਜੀ ਕੋਈ ਸਾਨੂੰ ਲੱਗਦਾ ਹੀ ਨਹੀਂ ਹੈਗਾ, ਠੀਕ ਹੈ, ਤੇ ਮੈਂ ਚਲੋ ਸਿੱਧਾ ਹੀ ਉਹਨਾਂ ਜਵਾਬ। ਹਾਂਜੀ ਬਿਲਕੁਲ, ਮੈਂ ਤਾਂ ਹੀ ਤਾਂ ਕਿਹਾ ਵੀ ਹੁਣ ਜੇ ਕੋਈ ਮਿਸ ਹੈਪਨਿੰਗ ਹੋਊਗੀ ਤਾਂ ਮੈਨੂੰ, ਜੇ ਮਤਲਬ ਮੰਨ ਲਓ ਕਈ ਵਾਰੀ ਕੋਈ ਅਟੈਕ ਹੋ ਜਾਂਦਾ, ਬੰਦਾ ਬਚ ਵੀ ਜਾਂਦਾ ਨਾ, ਤੇ ਫਿਰ ਮੈਂ 22 ਨੇਮ ਪਰਚਾ ਦਰਜ ਕਰਾਊਂਗਾ ਕਸਤੂਭ ਸ਼ਰਮੇ ਤੇ ਵੀ ਇਹ ਬੰਦੇ ਨੇ ਸਾਜ਼ਿਸ਼ ਨਾਲ ਮੇਰੇ ਤੇ ਕਰਵਾਇਆ, ਕਿਉਂਕਿ ਜਿਹੜਾ ਬੰਦਾ ਕਿਸੇ ਨੂੰ ਪ੍ਰੋਵਾਈਡ ਕਰਾ ਸਕਦਾ ਹੁੰਦਾ ਸਿਕਿਉਰਿਟੀ, ਉਹੀ ਜ਼ਿੰਮੇਵਾਰ ਹੁੰਦਾ। ਜੇ ਮੈਨੂੰ ਆਪਣਾ ਮੌਕਾ ਮਿਲਿਆ ਤਾਂ ਫਿਰ ਕਸਤੂਭ ਸ਼ਰਮਾ ਜੀ ਜਿਹੜੇ ਉਹ 307 ਦੇ ਮੁਜਰਮ ਹੋਣਗੇ, ਕਿਉਂਕਿ ਬਚੂਗਾ ਤਾਂ ਫਿਰ 302 ਤਾਂ ਹੋਣੀ ਨਹੀਂ। ਚਲੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ। ਚਲੋ, ਤਾਂ ਅਗਲੀ ਖਬਰ ਵੀ ਆਪਾਂ ਲੈ ਲੈਂਦੇ ਹਾਂ। ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰ ਰਹੇ ਸੀ, ਉਹਨਾਂ ਦੇ ਕਰੀਬੀ ਸਾਥੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਕੈਪਟਨ ਸੰਦੀਪ ਸਿੰਘ ਸੰਧੂ ਵੀ ਰਗੜੇ ਗਏ ਆ। ਸਿੱਖੋ ਸਾਹਿਬ, ਲੱਗਦਾ ਕਿ ਜਿਹੜਾ 65 ਲੱਖ ਦਾ ਉੱਥੇ ਦੱਸਿਆ ਜਾ ਰਿਹਾ ਜਿਹੜਾ ਘਪਲਾ ਸਾਹਮਣੇ ਆ ਰਿਹਾ ਲਾਈਟਾਂ ਵਾਲਾ, ਸਟਰੀਟ ਲਾਈਟਾਂ ਵਾਲਾ, ਕਿ ਸਿਰਫ ਉਹੀ ਇੱਕ ਘਪਲਾ ਹੈ ਜਾਂ ਇਸ ਤੋਂ ਬਾਅਦ ਇਹ ਸ਼ੁਰੂਆਤ ਹੈ, ਇਸ ਤੋਂ ਬਾਅਦ ਹੋਰ ਵੀ ਨਿਕਲਣਗੇ? ਜਦੋਂ ਇਹਨਾਂ ਨੇ ਮੇਰੇ ਤੇ ਕਾਰਵਾਈ ਕੀਤੀ ਸੀ ਤੇ ਮੈਂ ਇੱਕ ਦੋ ਇੰਟਰਵਿਊ 'ਚ ਕਿਹਾ ਸੀਗਾ, ਸ਼ਾਇਦ ਤੁਹਾਡੇ ਨਾਲ ਵੀ ਗੱਲ ਹੋਈ ਸੀ, ਵੀ ਮੈਨੂੰ ਇਹਨਾਂ ਨੇ ਜੁੱਤੀ ਚੋਰੀ ਦੇ ਇਲਜ਼ਾਮ 'ਚ ਫਾਂਸੀ ਲਾਤਾ, ਠੀਕ ਹੈ। ਜੋ ਜੁੱਤੀ ਚੋਰੀ ਦਾ ਇਲਜ਼ਾਮ ਹੈ ਜਿਹੜਾ ਕਿ ਝੂਠ ਸੀ, ਯਾਨੀ ਛੋਟਾ ਜੁੱਤੀ ਚੋਰੀ ਸੀ ਉਹ, ਠੀਕ ਹੈ, ਉਹਦੇ ਨਾਲ ਮੈਨੂੰ ਕੋਈ 2-4 ਮਹੀਨੇ ਦੀ ਮੇਰੀ ਸਰਵਿਸ ਕੱਟੀ ਜਾ ਸਕਦੀ ਹੈ, ਤੇ ਮੈਨੂੰ ਇਹਨਾਂ ਨੇ 32 ਸਾਲ ਦੀ ਸਰਵਿਸ ਨੂੰ ਡਿਸਮਿਸ ਕਰਤਾ ਐਕਸ ਪਾਰਟੀ ਕਾਰਵਾਈ ਕਰਕੇ। ਹੁਣ ਇਹਦੇ 'ਚ ਬਿਲਕੁਲ ਉਲਟ ਹੈ, ਇਹਦੇ ਵਿੱਚ ਮਤਲਬ ਇੱਕ ਜਨਰੇਸ਼ਨ ਦੇ ਕਤਲਾਂ ਦਾ ਜ਼ਿੰਮੇਵਾਰ ਹੈ, ਤੇ ਜੁੱਤੀ ਚੋਰੀ ਦਾ ਪਰਚਾ ਦਰਜ ਕੀਤਾ ਉਹਦੇ ਤੇ। 65 ਲੱਖ ਰੁਪਏ ਦਾ ਪਰਚਾ ਦਰਜ ਕਰਨਾ ਤਾਂ ਇੱਕ ਹੁੰਦਾ ਜਿਵੇਂ ਕੁਤੜੀ ਕਰਕੇ ਕਿਸੇ ਜਵਾਬ ਨੂੰ ਹਸਾਉਣ ਵਾਲੀ ਗੱਲ ਹੈ। ਬਿਲਕੁਲ ਠੀਕ। ਉਹ ਬੰਦੇ ਜਿਨ੍ਹਾਂ ਨੇ ਸਟੇਟ ਚਲਾਈ 5 ਸਾਲ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਅਯਾਸ਼ੀਆਂ ਕੀਤੀਆਂ ਆਪਦੀਆਂ, ਹੁਣ ਤੱਕ ਟਾਈਮ ਹੀ ਨਹੀਂ ਸੀ ਉਹਨਾਂ ਕੰਮਾਂ ਤੋਂ, ਸਭ ਦੀ ਦੁਨੀਆ ਨੂੰ ਪਤਾ ਕੀ ਉਹਦਾ ਨਾਮ ਲੈਣਾ, ਤੇ ਜਾਂ ਸੁਰੇਸ਼ ਕੁਮਾਰ ਸੀਗਾ ਜਿਹੜਾ ਐਡਮਿਨਿਸਟ੍ਰੇਟਿਵ ਜਿਹੜਾ ਸਿਸਟਮ ਦੇਖਦਾ ਸੀਗਾ, ਤੀਜਾ ਤਾਂ ਬੰਦਾ ਕੋਈ ਨਹੀਂ ਸੀ। ਤਾਂ ਇਹ ਇਕੱਲਾ ਮੁੱਲਾਂਪੁਰ ਦਾਖਾ 'ਚ ਤਾਂ ਚਲੋ ਜੋ ਡਰੱਗ ਦਾ ਵਪਾਰ ਇਹਨੇ ਕੀਤਾ, ਉਹਦੀ ਸਾਰੀ ਦੀ ਸਾਰੀ ਰਿਪੋਰਟ ਮੈਨੂੰ ਪੁੱਛ ਲੈਂਦੇ ਕਈ ਵਾਰੀ, ਤੁਹਾਡੇ ਕੋਲ ਸਬੂਤ ਹੈ? ਸਬੂਤ ਇਹਨਾਂ ਕੋਲੇ ਪਏ ਹੈ,
ਸਬੂਤ ਮੈਨੂੰ ਪਤਾ ਕਿੱਥੇ ਪਏ ਆ। ਮੈਂ ਕਹਿੰਦਾ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਉਹ ਰਿਪੋਰਟ ਜਿਹੜੀ ਬਾਹਰ ਵੀ ਆ ਗਈ ਸੀ, ਜਿਹਦੇ 'ਚ ਇੱਕ ਵਾਰੀ 2 DSPਆਂ 'ਤੇ ਵੀ ਇਹਨਾਂ ਨੇ ਕਾਰਵਾਈ ਕਰ ਦਿੱਤੀ ਸੀਗੀ, ਤੇ ਉਦੋਂ ਬਾਅਦ ਸਭ ਕੁਝ ਚੁੱਪਚਾਪ ਹੋ ਗਈ। ਉਹਦੇ ਵਿੱਚ ਜਿਹੜਾ ਗੁਰਦੀਪ ਰਾਣ ਵਾਲਾ ਸਰਪੰਚ ਫੜਿਆ ਹੋਇਆ, ਉਸ ਕੇਸ ਦੇ ਵਿੱਚ ਸਾਰੀ ਪੁੱਛਗਿੱਛ ਵਿੱਚ ਇਹਦਾ ਪੂਰੇ ਦਾ ਪੂਰਾ ਈਵਨ ਪੁਲਿਸ ਦੀ ਨੈਟਵਰਕਿੰਗ, ਪੁਲਿਸ ਦਾ ਪੂਰਾ ਗੈਂਗ ਵਿੱਚ ਆ ਗਿਆ ਸੀ। SP ਲੱਗਿਆ ਹੁੰਦਾ ਸੀ ਇੱਥੇ, SPD ਕੋਈ ਥਿੰਦ ਉਹਦਾ ਨਾਮ ਆ ਗਿਆ ਸੀਗਾ। DSP ਜਿਹੜੇ ਇੱਥੇ ਲੱਗਿਆ ਹੋਇਆ ਸੀਗਾ ਆਪਣੇ ਦਾਖੇ, ਔਰ ਜਿਹੜਾ ਇੰਸਪੈਕਟਰ ਪ੍ਰੇਮ ਲਵਾਇਆ ਸੀ, ਸਾਰੇ ਦਾ ਇੱਕ ਪੂਰਾ ਗਰੁੱਪ ਸੀ ਜਿਹੜਾ ਕਿ ਇਸ ਧੰਦੇ ਦੇ ਵਿੱਚ ਸ਼ਾਮਲ ਸੀ। ਜ਼ਮੀਨਾਂ ਦੀ ਐਕਸਟੋਰਸ਼ਨ, 500 ਕਰੋੜ ਰੁਪਏ ਦੀ ਰਜਿਸਟਰੀਆਂ ਇਹਦੇ PA ਕੋਲ ਫੜੀਆਂ, ਜਿਹੜੀਆਂ ਜਾਂਚ ਦਾ ਵਿਸ਼ਾ ਹੈ ਇਹਨਾਂ ਦੀ। ਹਾਂ, ਉਹ ਜੇ ਜਾਂਚ ਦਾ ਵਿਸ਼ਾ ਹੈਗੀਆਂ। ਤੇ ਜੇ ਆਪਾਂ 65 ਲੱਗਦੀਆਂ ਟਿਊਬਲਾਈਟਾਂ ਦੀ ਗੱਲ ਕਰਦੇ ਹਾਂ, ਤਾਂ ਫਿਰ ਮੈਨੂੰ ਕਦੇ ਕਦੇ ਤਾਂ ਹਾਸਾ ਆਉਂਦਾ ਵੀ ਇਹ ਰਿਲੀਫ ਦਿੱਤੀ ਜਾ ਰਹੀ ਹੈ, ਕੁੜਕਤਾਣੀ ਕੱਢੀਆਂ ਜਾ ਰਹੀਆਂ। ਨੈਚੁਰਲੀ ਇਹਨਾਂ ਕੋਲ ਸਮਾਨ ਹੀ ਇੰਨਾ, ਬਿਲਕੁਲ। ਜੇ ਇਹਦੇ ਵਿੱਚ ਇੰਨਾ ਕੁ ਪਰਚਾ ਦੇ ਕੇ ਇਹਦੇ ਕੋਲੋਂ 2000 5000 ਕਰੋੜ ਰੁਪਇਆ ਲਿਆ ਜਾ ਸਕਦਾ, ਤਾਂ ਕਿਉਂ ਉਹ ਕਰਨਗੇ? ਤਾਂ ਇਸ ਕਰਕੇ ਇਹ ਲੱਗਦਾ ਹੁੰਦਾ ਕਿ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆਉਣ ਵਾਲੇ ਸਮੇਂ, ਜਿਹੜੀ ਚੀਜ਼ਾਂ ਹਰ ਇੱਕ ਬੰਦੇ ਨੂੰ ਪਤਾ ਹੈ ਕਿ ਇਹ ਆਦਮੀ ਇੰਨਾ ਵੱਡਾ ਮਤਲਬ ਜਿਹੜਾ ਡਰੱਗ ਦਾ ਇੱਕ ਕਾਰਟਲ ਪੂਰੇ ਦਾ ਪੂਰਾ ਮਜੀਠੀਏ ਦਾ ਉੱਤਰਾਧਿਕਾਰੀ ਬਣ ਕੇ ਇਹਨੇ ਚਲਾਇਆ, ਇਹਨੇ ਤੇ ਸੁਖਜਿੰਦਰ ਰੰਧਾਵੇ ਨੇ, ਠੀਕ ਹੈ। 5 ਸਾਲ ਜਿੰਨਾ ਉਹਨਾਂ ਨੇ 10 ਸਾਲ 'ਚ ਕੀਤਾ ਸੀ, ਇਹਨਾਂ ਨੇ 5 ਸਾਲ 'ਚ ਆਹੂ ਲਾਤੇ। ਉਹ ਕਰਕੇ ਜਿਹੜੇ ਉਹ ਇਨਕਾਊਂਟਰ ਹੋਇਆ ਸੀਗਾ, ਜਿਹੜੇ ਉਹ ਮੁੰਡੇ ਉੱਥੇ ਕਲਕੱਤੇ ਜਾ ਕੇ ਮਾਰੇ ਸੀ, ਉਹ ਸਾਰੀ ਗੇਮ ਜਿਹੜੀ ਹੈਗੀ ਹੈ ਉਹ ਸਾਰੀ ਇਹਦੇ ਨਿਗਰਾਨੀ ਦੇ ਵਿੱਚ ਹੋਈ ਹੈ। ਤਾਂ ਇਹ ਤਾਂ ਬਹੁਤ ਵੱਡੇ ਕਲਪਰੇਟ ਨੇ। ਇਹ ਤਾਂ ਮਤਲਬ ਜੈਪਾਲ ਹੋਣਾ ਦੀ, ਹਾਂ, ਮੈਂ ਤਾਂ ਕਹਿੰਦਾ ਹੁੰਦਾ ਕਿ ਜੇ ਡਰੱਗ ਜੈਪਾਲ ਹੋਣਾ ਦਾ ਇਨਕਾਊਂਟਰ ਇਹਨਾਂ ਨੇ ਕਰਾਇਆ, ਉਹ ਰੀਜ਼ਨ ਇਹੀ ਬਣਿਆ ਕਿਉਂਕਿ ਉਹ ਡਰੱਗ ਦਾ ਧੰਦਾ ਇੱਥੇ ਇਹਨਾਂ ਨੇ ਕਰਨ ਲਾਏ ਹੋਏ ਸੀਗੇ। ਤੇ ਉਹ ਜਿਹੜੀ ਮਿਸ ਹੈਪਨਿੰਗ ਹੋਈ, 2 ਥਾਣੇਦਾਰ ਮਰੇ, ਤੇ ਉਹਦੇ ਵਿੱਚ ਫਿਰ ਨੈਚੁਰਲੀ ਪੁਲਿਸ ਨੇ ਆਪਣਾ ਵਿਖਾਉਣਾ ਸੀ ਨਾ। ਜਦੋਂ ਇਹਨਾਂ ਨੇ ਇਰਾਦਾ ਹੋਵੇ ਫਿਰ ਬਹੁਤ ਕੁਝ ਕਰਦੇ ਆ। ਗੈਂਗਸਟਰ ਨਾਲ ਲਿੰਕ ਇਹਨਾਂ ਦੇ ਸੀਗੇ, ਸੁਖਜਿੰਦਰ ਰੰਧਾਵੇ ਦੇ ਵੀ ਜੋੜ ਰਿਹਾ, ਮੁਖਤਾਰ ਅੰਸਾਰੀ ਦੇ ਨਾਲ। ਇਹ ਰਿਪੋਰਟ ਹੈ ਜੀ, ਇਹ ਮਤਲਬ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਰਿਪੋਰਟ ਹੈ। ਮੈਂ ਉਹਨਾਂ ਨੂੰ ਬੇਨਤੀ ਵੀ ਕਰਦਾ ਹੁਣ, ਅੱਜ ਕੱਲ੍ਹ ਤਾਂ ਮੈਂ ਕੱਲ੍ਹ ਵੀ ਕਿਸੇ ਇੰਟਰਵਿਊ 'ਚ ਕਿਹਾ ਵੀ ਹੁਣ ਉਹ DGP ਬਣੇ ਹੋਏ ਆ, 2-3 ਸਾਲਾਂ ਦੀ ਕਿਹੜੀ ਗੱਲ ਹੈਗੀ ਹੈ ਨੌਕਰੀ ਦੇ ਵਿੱਚ। ਜੇ ਨਹੀਂ ਵੀ ਰਹਿਣਗੇ, ਐਡੇ ਖਾਨਦਾਨੀ ਬੰਦੇ ਆ, ਤੇ ਉਹ ਬੰਦੇ ਜੇ ਉਹ ਆਪਣੀਆਂ ਜਿਹੜੀਆਂ ਅਸਲੀਤਾਂ ਇਹਨਾਂ ਦੀਆਂ ਲੈ ਕੇ ਆਉਣ, ਕਿਉਂਕਿ ਉਹਨਾਂ ਦੀਆਂ ਰਿਪੋਰਟਾਂ ਤਾਂ ਹਾਈ ਕੋਰਟ 'ਚ ਵੀ ਪਈਆਂ, ਜਿਹੜੀਆਂ ਡਰੱਗ ਕੰਸਰਨ ਜਿਹੜਾ ਵਾਰ-ਵਾਰ ਕਹਿੰਦੇ ਸਬੂਤ ਨਹੀਂ ਹੈਗੇ। ਸਬੂਤ ਇਹਨਾਂ ਮਾਈਲਾਟਾਂ ਕੋਲੇ ਪਏ ਆ, ਇਹਨਾਂ ਦੀ ਜ਼ਮੀਨਾਂ ਹੀ ਮਰੀਆਂ ਹੋਈਆਂ, ਇਹ ਲਿਫਾਫੇ ਹੀ ਨਹੀਂ ਖੋਲ੍ਹਣ ਦੀ ਹਿੰਮਤ ਹੈਗੀ ਇਹਨਾਂ ਦੀ। ਤੇ ਆਹ ਤਾਂ ਸਾਡੀਆਂ ਹਾਈ ਕੋਰਟ ਹੈ, ਠੀਕ ਹੈ। ਤੇ ਆਪਾਂ ਉਮੀਦ ਕਰੀਏ ਇਹਨਾਂ ਕੋਲ ਕੋਈ ਇਨਸਾਫ ਦੇਣਗੇ। ਹਾਂ, ਇਹ ਇਨਸਾਫ ਤਾਂ ਆ ਬੈਠਾ ਇਹਨਾਂ ਵਾਸਤੇ ਜਿਹੜੇ ਪੈਸੇ ਵਾਲੇ ਹੈਗੇ ਆ। ਤਾਂ ਸਰਕਾਰ ਵੀ ਜਿਹੜੀ ਹੈਗੀ ਹੁਣ ਲੁੱਟਣ ਤੇ ਤੁਰੀ ਹੋਈ ਇਹਨਾਂ ਨੂੰ, ਜਿਹੜੇ ਡਕੈਤਾਂ ਨੂੰ। ਤੇ ਗਾਂ ਉਦੋਂ ਬਾਅਦ ਅਗਲਾ ਹਿੱਸਾ ਜਿਹੜਾ ਬਣਦਾ ਉਹਨਾਂ ਦਾ ਹਾਈ ਕੋਰਟਾਂ ਦਾ ਬਣਦਾ। ਤਾਂ ਚਲੋ ਫਿਰ ਵੀ ਇੰਟਰਸਟਿੰਗ ਹੈ, ਪੰਜਾਬ ਦੇ ਭਲੇ ਦੇ, ਠੀਕ ਹੈ। ਉਹ ਕਹਿੰਦੇ ਗਿਰਜਾਂ ਨੂੰ ਕੁੱਤੇ ਖਾ ਰਹੇ ਆ, ਜਾਂ ਸ਼ਮਸ਼ਾਨ ਘਾਟ ਦੇ ਹੱਡਾਂ ਰੋੜੀ ਦੀ ਆਪਾਂ ਗੱਲ ਕਰਦੇ ਹੁੰਦੇ ਆ। ਉਹ ਵਾਰੀ ਹਿੱਸਾ ਹੁੰਦਾ ਨਾ, ਪਹਿਲਾਂ ਕੁੱਤੇ ਆਉਂਦੇ ਫਿਰ ਗਿਰਜਾਂ ਆਉਂਦੀਆਂ। ਤਾਂ ਸਾਰਾ ਕੁਝ ਜਿਹੜਾ ਹੈਗਾ ਇਸ ਟਾਈਮ ਜਿਹੜੀ ਆਪ ਵਾਲਿਆਂ ਦੀ ਜਿਹੜੀ ਜਿੰਨੀ ਲਾਟਰੀ ਲੱਗੀ ਹੈ, ਪਤਾ ਤਾਂ ਇਹਨੂੰ ਵੀ ਨਹੀਂ ਸੀ ਵੀ ਸਾਡੀ ਸਰਕਾਰ ਆ ਜਾਣੀ ਹੈ। ਤੇ ਉਹਦੇ ਵਿੱਚ ਹੁਣ ਇਹ ਪੂਰੀ ਵਧੀਆ ਤਰੀਕੇ ਨਾਲ ਇਹਨਾਂ ਦਾ ਆਹੂ ਲਾ ਰਹੇ ਆ। ਤੇ ਬੜੀ ਖੁਸ਼ੀ ਦੀ ਗੱਲ ਹੈ, ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇਹਨੂੰ ਚੰਗੇ ਇੱਕ ਪੱਖ ਵਜੋਂ ਦੇਖ ਰਹੇ। ਨਹੀਂ ਤਾਂ ਜੇ ਇਹਨਾਂ ਦੀਆਂ ਹੀ ਰਿਪੀਟ ਹੁੰਦੀਆਂ, ਕਿਹਨੇ ਇਹਨਾਂ ਨੂੰ ਅੰਦਰ ਲੈਣਾ ਸੀ? ਕਿਹਨੇ ਅੰਦਰ? ਹਾਂ, ਇਹ ਤਾਂ ਹੁਣ ਗੱਲ ਇਹ ਵੀ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਸੁਰਮਾ ਪਾ ਕੇ ਮਟਕਾਉਣ ਵਾਲੀ ਗੱਲ ਹੈ, ਮਟਕਾਉਣਾ ਨਹੀਂ ਆਉਂਦਾ। ਜੇ ਤੁਸੀਂ ਫਾੜੀ ਲਿਆ ਕਿਸੇ ਨੂੰ, ਫਿਰ ਉਹਨੂੰ ਚੰਗੀ ਤਰ੍ਹਾਂ ਰਗੜਦਾ ਦਿਓ, ਠੀਕ ਹੈ। ਜੇ ਤੁਸੀਂ ਮੁੜ ਕੇ ਮਾਨਤਾ ਨਾ ਦਿਓ, ਜੇ 5-7 ਕਰੋੜ ਕਮਾ ਲਿਆ, ਜੇ ਮਹੀਨੇ 'ਚ ਬਾਹਰ ਆ ਗਿਆ, ਫਿਰ ਅਗਲੇ ਨੂੰ ਚੂਹੇ ਬਿੱਲੀ ਦਾ ਖੇਡ ਖੇਡਦੇ ਹੋ ਤੁਸੀਂ, ਉਹਨਾਂ ਛੱਡ ਦਿੰਦੇ ਹੋ, ਫੜ ਲੈਂਦੇ ਹੋ। ਇਹ ਖੇਡਾਂ ਜਿਹੜੀਆਂ ਹੈਗੀਆਂ ਉਹ ਫਿਰ ਤੁਹਾਡਾ ਅਕਸ ਖਰਾਬ ਕਰਦੀਆਂ। ਤਾਂ ਕਈ ਵਾਰੀ ਕੁਝ ਚੰਗਾ ਕਹਿਣ ਦੀ ਜਦੋਂ ਕੋਸ਼ਿਸ਼ ਕਰਦੇ ਆ, ਜਦੋਂ ਸੋਚਦੇ ਮੈਨੂੰ ਬੜਾ ਕਹਿ ਦਿੰਦੇ ਤੁਸੀਂ ਬੜੇ ਕ੍ਰਿਟਿਕ ਹੋ, ਸਰਕਾਰ ਬੜੇ ਕਿਸੇ ਵੀ ਸਰਕਾਰ ਦੇ ਹੱਕ 'ਚ ਨਹੀਂ ਬੋਲੇ। ਮੈਂ ਚਲੋ ਉਹਨਾਂ ਚੰਗਾ ਕਰੂ ਤਾਂ ਚੰਗਾ, ਜੇ ਉਹਨਾਂ ਨੇ ਤਾਂ ਬੋਲਣ ਵਾਲਾ ਹੈ ਕੁਝ ਨਹੀਂ ਸੀ, ਇਹਨਾਂ ਤੋਂ ਉਮੀਦ ਰੱਖਦੇ ਸੀ, ਤੇ ਇਹਨਾਂ ਤੋਂ ਹਸਰਿਆ ਕੋਈ ਨਹੀਂ। ਔਰ ਮੈਂ ਇਕੱਲਾ ਥੋੜਾ ਬੋਲਣਾ, ਸੰਗਰੂਰ ਦਾ ਇਲੈਕਸ਼ਨ ਪੰਜਾਬ ਨਹੀਂ ਬੋਲਿਆ ਸਾਰਾ ਬੋਲਿਆ। ਤੇ ਫਿਰ ਇਹਦੇ ਵਿੱਚ ਜੇ ਕੋਈ ਮੈਨੂੰ ਕਹੇ ਕਿ ਮੈਨੂੰ ਹੈ ਕਿ ਮੈਂ ਓਪਨਲੀ ਬੋਲ ਰਿਹਾ, ਲੋਕਾਂ ਨੇ ਵੋਟ ਪਾ ਕੇ ਜਵਾਬ ਦੇ ਦਿੱਤਾ। ਸੋ ਸਾਰਾ ਪੰਜਾਬ ਜਿਹੜਾ ਹੈਗਾ ਇਹਨਾਂ ਵੱਲ ਦੇਖ ਰਿਹਾ। ਇਹਨਾਂ ਕੋਲ ਟਾਈਮ ਹੈਗਾ, ਅਜੇ ਵੀ ਆਪਣਾ ਅਕਸ ਜਿਹੜਾ ਹੈਗਾ ਸੁਧਾਰਿਆ ਜਾ ਸਕਦਾ। ਪਰ ਜਿੰਨਾ ਚਿਰ ਦਿੱਲੀ ਦੇ ਜਿਹੜੀ ਇਹ ਕਮਾਂਡ ਹੈਗੀ ਹੈ, ਜਿਹੜੀ ਰਾਘਵ ਚੱਡਾ ਐਂਡ ਕੰਪਨੀ ਹੈ, ਜਿਨ੍ਹਾਂ 'ਚ ਇਹ ਰਹੂਗੀ, ਉਹਨਾਂ ਚਿਰ ਉਮੀਦ ਨਹੀਂ ਕਰਦੇ ਕਿ ਭਗਵੰਤ ਮਾਨ ਨੂੰ ਕੋਈ ਕੰਮ ਕਰ ਦੇਣਗੇ। ਪਹਿਲਾਂ ਤਾਂ ਉਹਦੀ ਆਪਣੀ ਨਹੀਂ ਕੋਈ ਦਿਖਾਈ ਦਿੰਦੀ ਉਹੋ ਜਿਹੀ ਵਿਲ, ਤੇ ਗਾਂ ਫਿਰ ਆਦੇ ਹੁੰਦੇ ਆ ਇੱਕ ਕੰਬਲੀ ਤੇ ਇੱਕ ਸਿਵਿਆਂ ਦੇ ਰਾਹ ਪੈ ਗਈ, ਠੀਕ ਹੈ। ਤੇ ਜੇ ਇਹਨਾਂ ਨੇ ਮਤਲਬ ਮਲਕੀ ਜਾਂ ਉਹਨਾਂ ਦੀ ਕਮਾਂਡ ਉੱਥੋਂ ਹੋਣੀ ਹੈ, ਤੇ ਫਿਰ ਆਪਾਂ ਨਹੀਂ ਸੋਚ ਸਕਦੇ ਕਿ ਇਹਨਾਂ ਤੋਂ ਕੋਈ ਚੰਗਾ ਹੋਊ। ਪਰ ਕੰਮ ਨਾ ਕਰਦੇ ਆ, ਪਰਮਾਤਮਾ ਜਿਹੜਾ ਹੈਗਾ ਇਹ ਸਾਡੇ ਜਿਹੜੀ ਇਹਨਾਂ ਨੂੰ ਸਮੱਤ ਬਖਸ਼ੇ। ਸਾਡੀ ਸਟੇਟ ਦੀ ਜਿਹੜੀ ਬਹੁਤ ਬੁਰੀ ਹਾਲਤ ਹੋਈ ਵੀ ਹੈ, ਉਹਦੇ ਵਿੱਚੋਂ ਇਹ ਮੌਕਾ ਇਹਨਾਂ ਨੂੰ ਕੱਢਣ ਦਾ। ਤੇ ਜ਼ਰੂਰੀ ਨਹੀਂ ਕਿ ਇਹਨਾਂ ਨੂੰ ਵੀ ਫੇਲ ਕਰਕੇ ਫਿਰ ਕੋਈ ਹੋਰ ਬੰਦੇ ਆਉਂਦੇ ਫਿਰਨ, ਫਿਰ ਲੋਕ ਉਹਨਾਂ ਦੇ ਝਾਕ ਕਰਨ। ਲੋਕ ਸਾਰੇ ਪੰਜਾਬ ਦੇ ਦੇਖ ਰਹੇ ਆ, ਤੇ ਪਰਮਾਤਮਾ ਕਰੇ ਇਹਨਾਂ ਨੂੰ ਮਤਲਬ ਇਹ ਜਿਹੜੀ ਅਕਲ ਇਸ ਪਾਸੇ ਤੁਰੇ ਕਿ ਪੰਜਾਬ ਦਾ ਭਲਾ ਕੀਤਾ ਜਾਵੇ। ਬਿਲਕੁਲ ਸਿੱਖੋ ਸਾਹਿਬ, ਸਾਡੇ ਨਾਲ ਪ੍ਰੋਗਰਾਮ ਦੇ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਇਹ ਸਨ ਸਾਬਕਾ DSP ਬਲਵਿੰਦਰ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਵੱਡੇ ਖੁਲਾਸੇ ਵੀ ਕੀਤੇ ਗਏ ਆ। ਉਮੀਦ ਕਰਦੇ ਹਾਂ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।